ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਅੱਜ ਦਾ ਸਭ ਤੋਂ ਵੱਡਾ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਦੀ। ਗੱਲਬਾਤ ਕਰਾਂਗੇ ਕਿ ਅੱਜ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਸੀ ਅਤੇ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੇ ਅੰਦਰ ਆਪਣੀ ਹੀ ਸਰਕਾਰ ਜਿਹੜੀ ਉਹ ਕਟਹਿਰੇ ਦੇ ਵਿੱਚ ਖੜੀ ਕਰ ਦਿੱਤੀ ਹੈ, ਕਿਉਂਕਿ ਬਰਗਾੜੀ ਦੇ ਮੁੱਦੇ ਦੇ ਉੱਪਰ ਜਿਹੜੀ ਹੈ ਬੇਅਦਬੀਆਂ ਦੇ ਮੁੱਦੇ ਦੇ ਉੱਪਰ, ਬਰਗਾੜੀ ਦੇ ਮੁੱਦੇ ਦੇ ਉੱਪਰ, ਇਹਨਾਂ ਦੋ ਅਹਿਮ ਮੁੱਦਿਆਂ ਦੇ ਉੱਪਰ ਕਈ ਸਰਕਾਰਾਂ ਜਿਹੜੀਆਂ ਬਣੀਆਂ ਤੇ ਕਈ ਸਰਕਾਰਾਂ ਜਿਹੜੀਆਂ ਢਈਆਂ ਤੇ ਆਮ ਆਦਮੀ ਪਾਰਟੀ ਵੀ ਇਹਨਾਂ ਹੀ ਮੁੱਦਿਆਂ ਦੇ ਦਮ ਤੇ ਜਿਹੜੀ ਹੈ ਉਹ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਸੀ। ਤੇ ਹੁਣ ਜਿਹੜਾ ਆਮ ਆਦਮੀ ਪਾਰਟੀ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਇਨਸਾਫ ਦਿਵਾਉਣ ਦੀ। ਬੇਸ਼ੱਕ ਇਹਨਾਂ ਮਾਮਲਿਆਂ ਦੇ ਵਿੱਚ ਐਸਆਈਟੀ ਜਾਂਚਕਾਰੀ ਆ, ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਗਿਆ, ਪਰ ਕੁੰਵਰ ਵਿਜੇ ਪ੍ਰਤਾਪ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ। ਕਹਿੰਦੇ ਕਿ ਜਿਹੜੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਨਹੀਂ ਹੋਈ। ਕਿਉਂ ਕੁੰਵਰ ਵਿਜੇ ਪ੍ਰਤਾਪ ਇਹ ਗੱਲ ਕਹਿ ਰਹੇ ਨੇ, ਕਿਸ ਤਰੀਕੇ ਦੇ ਨਾਲ ਕਟਹਿਰੇ ਦੇ ਵਿੱਚ ਖੜਾ ਕੀਤਾ ਆਪਣੀ ਸਰਕਾਰ ਨੂੰ, ਵਿਰੋਧੀਆਂ ਨੂੰ ਵੀ ਘੇਰਿਆ। ਅੱਜ ਬਹੁਤ ਵੱਡੇ ਖੁਲਾਸੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੇ ਗਏ ਆ। ਹਾਲਾਂਕਿ ਇਹਨਾਂ ਦੇ ਵਿੱਚੋਂ ਕੁਝ ਖੁਲਾਸੇ ਉਹਨਾਂ ਨੇ ਪਹਿਲਾਂ ਵੀ ਸਾਡੀ ਹੀ ਇੰਟਰਵਿਊ ਰੋਜ਼ਾਨਾ ਲੋਕਨਾਥ ਚੈਨਲ ਦੇ ਉੱਪਰ ਜਿਹੜੀ ਉਹਨਾਂ ਨੇ ਕੀਤੀ ਸੀ ਉਹਦੇ ਵਿੱਚ ਵੀ ਕੀਤੇ ਸੀ, ਪਰ ਅੱਜ ਉਸ ਤੋਂ ਵੀ ਵੱਡੇ ਜਿਹੜੇ ਖੁਲਾਸੇ ਕੀਤੇ ਆ, ਜਿਸ ਤੋਂ ਬਾਅਦ ਭਗਵੰਤ ਮਾਨ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਜਿਹੜਾ ਔਖਾ ਹੋ ਜਾਣਾ। ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਤਾਂ ਜਿਹੜੀਆਂ ਵੱਧ ਜਾਣੀਆਂ ਨੇ, ਤੇ ਖਾਸ ਕਰਕੇ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਪੂਰੇ ਮੁੱਦੇ ਦੇ ਉੱਪਰ ਅੱਗੇ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ, ਕਿਸ ਨੂੰ ਆਮ ਆਦਮੀ ਪਾਰਟੀ ਬਚਾ ਰਹੀ ਹੈ, ਕਿਉਂ ਅਜਿਹਾ ਹੋ ਰਿਹਾ ਕਿ ਇਨਸਾਫ ਇਹਨਾਂ ਮਾਮਲਿਆਂ 'ਚ ਨਹੀਂ ਮਿਲ ਰਿਹਾ, ਮਿਲੇਗਾ ਵੀ ਜਾਂ ਨਹੀਂ ਮਿਲੇਗਾ, ਪੁੱਛਗਿੱਛ ਹੋਈ ਜਾਂ ਨਹੀਂ ਹੋਈ, ਜੇ ਹੋਈ ਤਾਂ ਕੀ ਕੁਝ ਗੱਲਬਾਤ ਹੋਈ, ਕੁੰਵਰ ਵਿਜੇ ਪ੍ਰਤਾਪ ਨੂੰ ਕਿਉਂ ਠੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ, ਇਸ ਤੇ ਵੀ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਰ, ਆਪਣੀ ਇੰਟਰਵਿਊ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ, ਜਦੋਂ ਮੇਰੇ ਨਾਲ ਉਹਨਾਂ ਨੇ ਇੱਕ ਐਕਸਕਲੂਸਿਵ ਇੰਟਰਵਿਊ ਕੀਤੀ, ਤੁਸੀਂ ਵੀ ਉੱਥੇ ਸਾਈਡ ਤੇ ਬੈਠੇ ਸਾਰੀ ਗੱਲਬਾਤ ਜਿਹੜੀ ਉਹ ਸੁਣ ਰਹੇ ਸੀਗੇ, ਤੁਸੀਂ ਵੀ ਮੇਰੇ ਨਾਲ ਹੀ ਸੀਗੇ। ਉੱਥੇ ਉਹਨਾਂ ਨੇ ਕਿਹਾ ਸੀ ਕਿ ਇਸ ਪੂਰੇ ਮੁੱਦੇ ਦੇ ਉੱਪਰ ਇਨਸਾਫ ਤਾਂ ਕਹਿੰਦੇ ਮਿਲਣਾ ਹੀ ਨਹੀਂ। ਚਲੋ ਕਹਿੰਦੇ ਸਾਡੀ ਸਰਕਾਰ ਆਈ ਹੈ, ਹੁਣ ਥੋੜੀ ਬਹੁਤੀ ਉਮੀਦ ਕਹਿੰਦੇ ਜਾਗੀ ਹੈ, ਇਨਸਾਫ ਮਿਲ ਸਕਦਾ ਹੈ। ਪਰ ਕਹਿੰਦੇ ਕਿ ਡੀਐਸਪੀ ਜਾਂ ਐਸਪੀ ਪੱਧਰ ਦੇ ਅਧਿਕਾਰੀ ਤੋਂ ਉੱਪਰਲਾ ਕੋਈ ਪੰਜਾਬ ਪੁਲਿਸ ਦੇ ਵਿੱਚ ਇਹੋ ਜਿਹਾ ਅਧਿਕਾਰੀ ਹੈ ਹੀ ਨਹੀਂ ਜਿਹੜਾ ਬਾਦਲ ਪਰਿਵਾਰ ਦੇ ਖਿਲਾਫ ਇੱਕ ਵੀ ਸ਼ਬਦ ਜਿਹੜਾ ਉਹ ਲਿਖ ਸਕੇ। ਸਾਰੇ ਦੇ ਸਾਰੇ ਚਾਪਲੂਸ ਨੇ। ਕਹਿੰਦੇ ਬਾਦਲ ਜੇ ਕਤਲ ਕਰਕੇ ਵੀ ਆ ਗਏ ਤਾਂ ਵੀ ਜਿਹੜਾ ਇਹ ਇੱਕ ਸ਼ਬਦ ਨਹੀਂ ਲਿਖ ਸਕਦੇ। ਤਾਂ ਅੱਜ ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਆਪਣੀ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ, ਕਿਉਂਕਿ ਇੱਕ ਪਾਸੇ ਬਰਗਾੜੀ ਮੋਰਚਾ ਲੱਗਿਆ ਹੋਇਆ, ਉਹਨਾਂ ਦਾ ਪ੍ਰੈਸ਼ਰ ਹੈ ਸਰਕਾਰ ਦੇ ਉੱਪਰ, ਕਿਉਂਕਿ 24 ਘੰਟੇ ਦੇ ਵਿੱਚ ਇਨਸਾਫ ਦਿਵਾਉਣ ਦੀ ਆਮ ਆਦਮੀ ਪਾਰਟੀ ਗੱਲ ਕਰ ਰਹੀ ਸੀ। 6 ਮਹੀਨੇ ਲੰਘ ਚੁੱਕੇ ਨੇ, ਬਰਗਾੜੀ ਮੋਰਚੇ ਨੇ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ ਤੇ ਹੁਣ ਸਰਕਾਰ ਜਿਹੜੀ ਹੈ ਉਹਨਾਂ ਨੂੰ ਵਾਰ-ਵਾਰ ਭਰੋਸਾ ਦੇ ਰਹੀ ਹੈ ਕਿ ਅਸੀਂ ਜਲਦ ਤੋਂ ਜਲਦ ਜਿਹੜਾ ਇਸ ਪੂਰੇ ਮਾਮਲੇ 'ਚ ਇਨਸਾਫ ਦਿਵਾਵਾਂਗੇ। ਸੁਖਬੀਰ ਸਿੰਘ ਬਾਦਲ ਨੂੰ ਜਿੱਦਣ ਸੱਦਿਆ ਗਿਆ ਸੀ ਐਸਆਈਟੀ ਦੇ ਵੱਲੋਂ, ਉਮੀਦ ਸੀ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਨਸਾਫ ਸ਼ਾਇਦ ਹੋ ਜਾਵੇ, ਪਰ ਕੁੰਵਰ ਵਿਜੇ ਪ੍ਰਤਾਪ ਨੇ ਤਾਂ ਵੱਡੇ ਖੁਲਾਸੇ ਕਰ ਦਿੱਤੇ। ਉਹ ਕਹਿੰਦੇ ਕਿ ਉਸ ਐਸਆਈਟੀ ਦੇ ਵੱਲੋਂ 14 ਸਤੰਬਰ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਗਿਆ ਸੀ, ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀ। ਕਹਿੰਦੇ ਉਸ ਦਿਨ ਤਾਂ ਪੁੱਛਗਿੱਛ ਹੋਈ ਨਹੀਂ, ਸਿਰਫ ਔਰ ਸਿਰਫ ਚਾਹ ਪਕੌੜੇ ਪਿਲਾਏ ਗਏ ਆ, ਖਵਾਏ ਗਏ ਆ ਤੇ ਮੇਰੇ ਖਿਲਾਫ ਸੁਖਬੀਰ ਬਾਦਲ ਨੂੰ ਕੁਝ ਗੱਲਾਂ ਕਹੀਆਂ ਗਈਆਂ। ਅਜਿਹਾ ਕਿਉਂ ਕਹਿ ਰਿਹਾ ਕੁੰਵਰ ਵਿਜੇ ਪ੍ਰਤਾਪ, ਤੇ ਆਪਣੀ ਸਰਕਾਰ ਤੇ ਸਵਾਲ ਅਸਿੱਧੇ ਤੌਰ ਤੇ ਚੁੱਕੇ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਜੇ ਕੁੰਵਰ ਵਿਜੇ ਪ੍ਰਤਾਪ ਨੂੰ ਪਤਾ ਲੱਗ ਗਿਆ। ਕਿਉਂਕਿ ਕੁੰਵਰ ਵਿਜੇ ਪ੍ਰਤਾਪ ਪਹਿਲਾਂ ਵੀ ਕਹਿੰਦੇ ਆ ਰਹੇ ਆ ਕਿ ਸਰਕਾਰ ਇਹਨਾਂ ਮੁੱਦਿਆਂ ਦੇ ਉੱਪਰ ਪੈਰਵਾਈ ਜਿਹੜੀ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੀ, ਇਹਨਾਂ ਮੁੱਦਿਆਂ ਤੇ ਪੈਰਵਾਈ ਸਹੀ ਤਰੀਕੇ ਨਾਲ ਹੋਵੇ। ਫਿਰ ਵੀ ਸਰਕਾਰ ਜਿਹੜੀ ਹੈ ਇਹਨਾਂ ਮੁੱਦਿਆਂ ਨੂੰ ਇੰਨਾ ਈਜ਼ੀ ਕਿਉਂ ਲੈ ਰਹੀ ਹੈ? ਸੁਖਵਿੰਦਰ ਜੀ, ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਵਿਧਾਨ ਸਭਾ 'ਚ ਬੋਲ ਰਹੇ ਸੀ ਤਾਂ ਸਭ ਤੋਂ ਜਿਹੜੀ ਭੂਮਿਕਾ ਸੀ, ਮੈਨੂੰ ਸਪੀਕਰ ਸਾਹਿਬ ਦੀ ਜਿਹੜੀ ਆ, ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣਾ, ਪਰ ਸਪੀਕਰ ਸਾਹਿਬ ਦੀ ਵੀ ਪਹਿਲਾਂ ਗੱਲ ਕਰਦੀ ਹਾਂ। ਸਪੀਕਰ ਸਾਹਿਬ ਦਾ ਰੋਲ ਜਿਹੜਾ ਸੀ ਉਹ ਸ਼ਾਇਦ ਇਹੋ ਜਿਹਾ ਰੋਲ ਸੀ ਕਿ ਕੁੰਵਰ ਵਿਜੇ ਪ੍ਰਤਾਪ ਇਸ ਮੁੱਦੇ ਨੂੰ ਛੇੜੇ ਨਾ, ਇਸ ਮੁੱਦੇ ਨੂੰ ਜਿੰਨੀ ਜਲਦੀ ਹੋ ਸਕਦਾ ਸਮ ਅਪ ਕਰਦੇ। ਮੈਂ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੀ ਗੱਲ ਕਰ ਰਿਹਾ। ਉਹ ਕੁਲਤਾਰ ਸਿੰਘ ਸੰਧਵਾਂ ਜਿਹੜਾ ਗਿਆਨੀ ਜੈਲ ਸਿੰਘ ਦਾ ਦੋਹਤਰਾ ਆ, ਮੈਂ ਦੋਹਤਰਾ ਹੀ ਆ ਮੇਰਾ ਖਿਆਲ, ਜੋ ਤੱਕ ਮੈਨੂੰ ਜਾਣਕਾਰੀ ਹੈ, ਤੇ ਜਿਹੜੇ ਅਸੀਂ ਕਹਿੰਦੇ ਆ ਕਿ ਬੜੀ ਸਿੱਖ ਮਾਨਸਿਕਤਾ ਦੇ ਨਾਲ ਇੱਥੇ ਥੋੜਾ ਜਿਹਾ ਮੈਂ ਹੋਰ ਗੱਲ ਰੋਕਣਾ ਚਾਹੂੰਗਾ ਕੁੰਵਰ ਵਿਜੇ ਪ੍ਰਤਾਪ ਦੀ। ਦੇਖੋ, ਕੁੰਵਰ ਵਿਜੇ ਪ੍ਰਤਾਪ ਇਸ ਮੁੱਦੇ ਤੇ ਕਿੰਨੇ ਸੁਹਿਰਦ ਨੇ। ਦੋ ਮੁੱਦਿਆਂ ਤੇ ਉਹਨਾਂ ਨੇ ਗੱਲਬਾਤ ਕਰਨੀ ਸੀ, ਇੱਕ ਲੋਟਸ ਦੇ ਮੁੱਦੇ ਤੇ, ਦੂਜਾ ਇਸੇ ਮੁੱਦੇ ਦੇ ਉੱਪਰ। ਉਹਨਾਂ ਨੇ ਇਹ ਗੱਲ ਕਹੀ, ਮੈਂ ਤੁਹਾਡੀ ਗੱਲ ਦੇ ਵਿੱਚ ਐਡ ਕਰ ਰਿਹਾ, ਤੁਸੀਂ ਮੇਰੇ ਸਵਾਲ ਦਾ ਉਸੇ ਦਾ ਹੀ ਆਨਸਰ ਦਿਓ, ਪਰ ਮੈਂ ਐਡ ਕਰ ਰਿਹਾ, ਥੋੜਾ ਜਿਹਾ ਮਾਫ ਕਰਨਾ। ਕੁੰਵਰ ਵਿਜੇ ਪ੍ਰਤਾਪ ਨੇ ਇਹ ਗੱਲ ਕਹੀ ਕਿ ਮੈਂ ਦੋ ਮੁੱਦਿਆਂ ਤੇ ਬੋਲਣਾ, ਪਹਿਲਾਂ ਥੋੜਾ ਜਿਹਾ ਲੋਟਸ ਤੇ ਬੋਲੂ। ਸਪੀਕਰ ਸਾਹਿਬ ਕਹਿੰਦੇ ਕਿ ਭਾਈ ਤੁਸੀਂ ਇੱਕ ਮੁੱਦੇ ਤੇ ਬੋਲੋ,
ਜਲਦੀ ਬੋਲੋ, ਪਰ ਇੱਕ ਮੁੱਦੇ ਤੇ ਬੋਲੋ, ਯਾਨੀ ਕਿ ਪਹਿਲਾਂ ਹੀ ਪ੍ਰੈਸ਼ਰਾਈਜ਼ ਕਰ ਦਿੱਤਾ ਗਿਆ ਕਿ ਬਹੁਤਾ ਨਾ ਬੋਲਣ। ਤਾਂ ਫਿਰ ਕੁੰਵਰ ਵਿਜੇ ਪ੍ਰਤਾਪ ਦੀ ਸੁਹੱਦਤਾ ਦੇਖੋ, ਜੇ ਕੋਈ ਹੋਰ ਐਮਐਲਏ ਮੰਤਰੀ ਹੁੰਦਾ ਤਾਂ ਉਹਨੇ ਚਾਪਲੂਸੀ ਮਾਰਦੇ ਰਹੀ ਲੋਟਸ ਦਾ ਮੁੱਦਾ ਚੁਣਨਾ ਸੀ, ਪਰ ਕੁੰਵਰ ਵਿਜੇ ਪ੍ਰਤਾਪ ਨੇ ਬਰਗਾੜੀ ਦਾ ਮੁੱਦਾ ਚੁਣਿਆ। ਜੀ, ਤਾਂ ਮੈਂ ਕੁਲਤਾਰ ਸਿੰਘ ਸੰਧਵਾ ਦੀ ਗੱਲ ਕਰ ਰਿਹਾ। ਕੁਲਤਾਰ ਸਿੰਘ ਸੰਧਵਾ ਗਿਆਨੀ ਜੈਲ ਸਿੰਘ ਦਾ ਪੋਤਰਾ, ਤੇ ਜਿਹਦੇ ਸੰਬੰਧੀ ਗਿਆਨੀ ਜੈਲ ਸਿੰਘ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਬਹੁਤ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਗੀ ਢਾਗੀ ਰਹੇ ਨੇ ਤੇ ਬੜੇ ਸਿੱਖ ਮਾਨਸਿਕਤਾ ਵਾਲੇ ਜੁੜੇ ਨੇ। ਕੁਲਤਾਰ ਸਿੰਘ ਬਾਰੇ ਵੀ ਇਹ ਇੱਕ ਅਕਸ ਹੈਗਾ, ਜਾਂ ਉਹਨਾਂ ਬਾਰੇ ਵੀ ਗੱਲ ਹੈਗੀ ਕਿ ਬੜੇ ਧਾਰਮਿਕ ਬਿਰਤੀ ਦੇ ਬੰਦੇ ਨੇ। ਪਰ ਅੱਜ ਉਹਨਾਂ ਦਾ ਜਿਹੜਾ ਦੋਗਲਾ ਚਿਹਰਾ ਸੁਖਿੰਦਰ ਮੈਨੂੰ ਨਜ਼ਰ ਆਇਆ, ਖਾਸ ਤੌਰ ਤੇ ਜਦੋਂ ਉਹ ਸਪੀਕਰ ਦੀ ਕੁਰਸੀ ਤੇ ਬੈਠੇ ਸੀ। ਜਦੋਂ ਤਾਂ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਸੀ ਤਾਂ ਉਦੋਂ ਪ੍ਰਤਾਪ ਸਿੰਘ ਬਾਜਵੇ ਨੂੰ ਕੁਲਤਾਰ ਸੰਧਵਾ ਨੇ ਖੁਦ ਇੰਨੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਬਹੁਤ ਸੀਨੀਅਰ ਨੇਤਾ ਜੇ, ਤੁਹਾਡੇ ਕੋਲ ਮੁੱਦੇ ਨੇ, ਬੜਗਾੜੀ ਦਾ ਮੁੱਦਾ ਆ, ਬੇਅਦਬੀ ਦਾ ਮੁੱਦਾ ਆ, ਤੁਸੀਂ ਉਸ ਮੁੱਦੇ ਤੇ ਜ਼ੀਰੋ ਕਾਲ 'ਚ ਗੱਲ ਕਰ ਸਕਦੇ ਜੇ। ਆ ਬੜੀ ਇੰਟਰਸਟਿੰਗ ਗੱਲ ਹੈ। ਜੇਕਰ ਤੁਸੀਂ ਉਸ ਵਿਧਾਨ ਸਭਾ ਦੀ ਕਾਰਵਾਈ ਨੂੰ ਧਿਆਨ ਨਾਲ ਵੇਖੋ ਤਾਂ ਇੱਕ ਪਾਸੇ ਉਹ ਵਿਰੋਧੀ ਧਿਰ ਜਿਹੜੀ ਸਰਕਾਰ ਦੇ ਬਖੀਏ ਦੇ ਹੇਠ ਤੇ ਪਈ ਆ, ਉਸ ਐਲਓਪੀ ਲੀਡਰ ਨੂੰ ਕੁਲਤਾਰ ਸੰਧਵਾ ਖੁਦ ਕਹਿ ਰਹੇ ਆ ਕਿ ਹਾਂ ਵੀ ਉਸ ਮੁੱਦੇ ਤੇ ਤੁਸੀਂ ਗੱਲ ਕਰੋ। ਪਰ ਦੂਜੇ ਪਾਸੇ ਜਦੋਂ ਇਹਨਾਂ ਦੀ ਆਪਣੀ ਹੀ ਪਾਰਟੀ ਦਾ ਉਹ ਵਿਧਾਇਕ ਜਿਹੜਾ ਇਸ ਮੁੱਦੇ ਦੇ ਨਾਲ ਭਾਵਨਾਤਮਕ ਪੱਧਰ ਤੇ ਜੁੜਿਆ ਤੇ ਜਿਸਨੇ ਬੀਤੇ ਲੰਮੇ ਸਮੇਂ ਤੋਂ ਇਸ ਮੁੱਦੇ ਨਾਲ ਜੁੜ ਕੇ ਨੁਕਸਾਨ ਵੀ ਝੱਲਿਆ, ਕੁਰਬਾਨੀ ਵੀ, ਆਪਣੀ ਨੌਕਰੀ ਵੀ ਗਵਾਈ ਜਾਂ ਨੌਕਰੀ ਦੀ ਕੁਰਬਾਨੀ ਵੀ ਦਿੱਤੀ, ਤੇ ਜਦੋਂ ਉਹ ਬੰਦਾ ਬੋਲਣ ਲੱਗਦਾ ਤਾਂ ਉਦੋਂ ਸਪੀਕਰ ਸਾਹਿਬ ਇਹ ਕਹਿ ਦਿੰਦੇ ਆ ਕਿ ਇਸ ਗੱਲ ਨੂੰ ਜਲਦੀ ਸਮ ਅਪ ਕਰੋ। ਮੈਨੂੰ ਵੈਸੇ ਇਸ ਗੱਲ ਦੀ ਸਮਝ ਨਹੀਂ ਆਈ ਕਿ ਸਪੀਕਰ ਸਾਹਿਬ ਉਸ ਵੇਲੇ ਚਾਹੁੰਦੇ ਕੀ ਸੀ। ਤੁਸੀਂ ਬਹੁਤ ਵਧੀਆ ਐਡ ਕੀਤਾ ਕਿ ਆਪਰੇਸ਼ਨ ਲੋਟਸ, ਉਹਨਾਂ ਕਿਹਾ ਕਿ ਹਾਂ ਮੈਂ ਦੋ ਮੁੱਦਿਆਂ ਦੀ ਗੱਲ ਕਰਨੀ ਆ। ਤੇ ਵਾਕਈ ਜਿਸ ਤਰੀਕੇ ਦਾ ਅੱਜ ਸ਼ੋਅ ਚੱਲਣ ਡਿਆ ਸੀ ਵਿਧਾਨ ਸਭਾ ਦੇ ਵਿੱਚ, ਕਿਉਂਕਿ ਵਿਧਾਨ ਸਭਾ 'ਚ ਜਿਹੜੇ ਕਸੀਦੇ ਪੜ੍ਹੇ ਜਾ ਰਹੇ ਸੀ ਉਹ ਭਗਵੰਤ ਮਾਨ ਦੀ ਉਸਤਤ ਜਾਂ ਆਮ ਆਦਮੀ ਪਾਰਟੀ ਦੀ ਉਸਤਤ ਵਿੱਚ ਪੜ੍ਹੇ ਜਾ ਰਹੇ ਸੀ, ਤੇ ਜਿਹੜੇ ਸਾਹਮਣੇ ਕਾਂਗਰਸੀ ਬੈਠੇ ਸੀ ਉਹਨਾਂ ਨੂੰ ਠੋਕਿਆ ਜਾ ਰਿਹਾ ਸੀ ਭਰ ਕੇ ਜਿਸ ਤਰ੍ਹਾਂ ਬੇਇੱਜ਼ਤੀ ਕਰਦਾ। ਮੁੱਦਾ ਸਿਰਫ ਇੰਨਾ ਕਿ ਹੋਰ ਕੋਈ ਗੱਲ ਨਹੀਂ ਸੀ ਹੈਗੀ। ਪਰ ਜਦੋਂ ਵਾਕਈ ਤੇ ਜੇ ਇਹੋ ਹੀ ਗੱਲ ਹੁੰਦੀ ਤਾਂ ਕੰਵਰ ਵਿਜੇ ਪ੍ਰਤਾਪ ਵੀ ਆਪਰੇਸ਼ਨ ਲੋਟਸ ਦੇ ਸੰਬੰਧ 'ਚ ਬੋਲ ਸਕਦੇ ਸੀ, ਪਰ ਸ਼ਾਇਦ ਉਹਨਾਂ ਦੀ ਜ਼ਮੀਰ ਦੇ ਉੱਥੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੇ ਫਿਰ ਉਹੀ ਸਾਰਾ ਸਿਨੈਰੀਓ, ਉਹੀ ਸਾਰਾ ਬਰਤਾਂਤ ਲੋਕਾਂ ਦੇ ਸਾਹਮਣੇ ਰੱਖਿਆ ਤੇ ਵਿਧਾਨ ਸਭਾ ਦੇ ਫਲੋਰ ਤੋਂ ਰੱਖਿਆ, ਉਸ ਪਵਿੱਤਰ ਸਦਨ ਤੋਂ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਜ਼ੀਰੋ ਕਾਲ ਜੇ ਨਾ ਵੀ ਮਿਲਦਾ ਮੈਂ ਫਿਰ ਵੀ ਠਾਉਣਾ ਸੀ, ਮੈਨੂੰ ਟਾਈਮ ਦਿੰਦੇ ਜਾਂ ਨਾ ਦਿੰਦੇ। ਉਹਨਾਂ ਨੇ ਸਟਾਰਟ ਦੇ ਵਿੱਚ ਗੱਲ ਕੀਤੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇੰਨੇ ਰੌਲੇ ਰੱਪੇ ਦੇ ਵਿੱਚ ਬਰਗਾੜੀ ਦੇ ਮੁੱਦੇ ਤੇ ਗੱਲ ਕਹਿੰਦੇ ਨਹੀਂ ਕੀਤੀ ਜਾ ਸਕਦੀ। ਸਪੀਕਰ ਸਾਹਿਬ ਨੂੰ ਵੀ ਬੇਨਤੀ ਕੀਤੀ ਉਹਨਾਂ ਨੇ, ਕਹਿੰਦੇ ਕਿ ਬਰਗਾੜੀ ਦੇ ਮੁੱਦੇ ਤੇ ਇੰਨੇ ਰੌਲੇ ਰੱਪੇ 'ਚ ਗੱਲ ਨਹੀਂ ਕੀਤੀ ਜਾ ਸਕਦੀ, ਜਾਂ ਤਾਂ ਇਹਨਾਂ ਨੂੰ ਬਾਹਰ ਭੇਜ ਦਿਓ ਜਾਂ ਇਹਨਾਂ ਨੂੰ ਬਿਠਾ ਦਿਓ। ਪਰ ਸਪੀਕਰ ਸਾਹਿਬ ਕਹਿੰਦੇ ਨਹੀਂ 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 ਜੀ, ਤੁਸੀਂ ਜਲਦੀ ਨਿਬੇੜੋ। ਵਾਕਈ ਤੁਹਾਡੀ ਗੱਲ ਠੀਕ ਹੈ ਸਪੀਕਰ ਸਾਹਿਬ, ਇਹ ਤੇ ਸ਼ਾਇਦ ਚਾਹੁੰਦੇ ਨਾ ਹੋਣ। ਮੈਂ ਉਹੀ ਗੱਲ ਕਹਿ ਰਿਹਾ ਸੁਖਿੰਦਰ, ਮੈਨੂੰ ਉਹਦੀ ਨਾ ਖਜ਼ਾਹਟ ਖਾਸ ਤੌਰ ਤੇ ਕੁਲਤਾਰ ਸੰਧਵਾ ਦੀ ਉਸ ਸਮੇਂ, ਅੱਜ ਦਾ ਐਪੀਸੋਡ ਦੀ ਮੈਂ ਗੱਲ ਨਹੀਂ ਕਰ ਰਿਹਾ, ਜੇ ਤੁਸੀਂ ਪਹਿਲੇ ਬਜਟ ਸੈਸ਼ਨ ਦੌਰਾਨ ਵੇਖੋ ਜਦੋਂ ਕੰਵਰ ਵਿਜੇ ਪ੍ਰਤਾਪ ਬੋਲਦਾ ਸੀ ਉਦੋਂ ਵੀ ਇੱਕ ਖਜ਼ਾਹਟ ਕੁਲਤਾਰ ਸੰਧਵਾ ਦੇ ਚਿਹਰੇ ਤੇ ਆਉਂਦੀ ਆ, ਉਹਦੇ ਬੋਲਾਂ ਦੇ ਵਿੱਚ ਆਉਂਦੀ ਆ। ਥੋੜਾ ਜਿਹਾ ਇੱਥੇ ਹੋਰ ਠੀਕ ਕਰ ਲਈਏ ਕਿ ਸ਼ਾਇਦ ਸਪੀਕਰ ਨਾ ਚਾਹੁੰਦਾ ਹੋਵੇ ਆਪਾਂ ਗੱਲ ਨਾ ਕਰੀਏ, ਸ਼ਾਇਦ ਸਰਕਾਰ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨਾ ਚਾਹੁੰਦੇ ਹੋਣ, ਇਹ ਆਪਾਂ ਇੱਥੇ ਐਡ ਕਰ ਦਈਏ ਮੈਨੂੰ ਲੱਗਦਾ। ਚਲੋ ਉਹ ਵੇਖੋ ਜੀ, ਬਿਲਕੁਲ ਤੁਸੀਂ ਐਡ ਕਰ ਸਕਦੇ ਜੇ। ਮੈਂ ਤਾਂ ਜੋ ਸਾਹਮਣੇ ਸਥਿਤੀ ਜਿਹੜੀ ਸਾਹਮਣੇ ਦਿੱਤੀ, ਵੇਖੋ ਸਪੀਕਰ ਦੀ ਤੇ ਇੰਨੀ ਜ਼ਰੂਰਤ ਨਹੀਂ ਹੁੰਦੀ ਕਿ ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਸੁਪਰੀਮੋ ਜਾਂ ਦੂਜੇ ਪਾਸੇ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾਂ, ਜਿਹੜੇ ਹਾਊਸ ਆਫ ਦੇ ਮੁਖੀ ਨੇ ਉਹਦੀ ਮਰਜ਼ੀ ਤੋਂ ਬਿਨਾਂ ਕੋਈ ਚਲਾਉਣ। ਬਿਲਕੁਲ ਤੁਸੀਂ ਠੀਕ ਕਹਿ ਰਹੇ ਜੇ, ਪਰ ਇੱਥੇ ਪੀਕੇ ਸਿਗਮਾ ਵਰਗੇ ਬੰਦੇ ਵੀ ਲੋਕ ਸਭਾ ਦੇ ਸਪੀਕਰ ਰਹੇ ਨੇ, ਸੋਮਨਾਥ ਚੈਟਰਜੀ ਵਰਗੇ ਬੰਦੇ ਰਹੇ ਨੇ ਜਿਨ੍ਹਾਂ ਦੇ ਲੋਕ ਨਿਰਪੱਖਤਾ ਦੀ ਜਾਂ ਸਪੀਕਰ ਦੀ ਨਿਰਪੱਖਤਾ ਦੀ ਸਹੁੰ ਖਾਂਦੇ ਰਹੇ, ਤੇ ਉਹਨਾਂ ਨੇ ਆਪਣਾ ਉਹ ਕਾਲ ਜਿਹੜਾ ਸੀ ਬੜੇ ਵਧੀਆ ਤਰੀਕੇ ਨਾਲ ਚਲਾਇਆ। ਖੈਰ ਉਹ ਇੱਕ ਲੰਮੇ ਦੌਰ ਦੀ ਗੱਲ ਆ। ਬੜੀ ਸੋਹਣੀ ਗੱਲ ਕੀਤੀ ਹੈ। ਸ਼ਾਇਦ ਕੁਲਤਾਰ ਸੰਧਵਾ ਬਕੌਲ ਅਸੀਂ ਕਹਿ ਸਕਦੇ ਕਿ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਇਹ ਚਾਹੁੰਦੇ ਹੀ ਨਹੀਂ ਕਿ ਇਹ ਜਿਹੜਾ ਮੁੱਦਾ ਵਿਧਾਨ ਸਭਾ ਦੇ ਫਲੋਰ ਤੋਂ ਉੱਠੇ, ਤੇ ਸ਼ਾਇਦ ਇਸ ਦਾ ਖਮਿਆਜਾ ਆਪਣੇ ਕੰਵਰ ਵਿਜੇ ਪ੍ਰਤਾਪ ਭੁਗਤ ਹੀ ਰਹੇ ਆ ਕਿ ਇੰਨੇ ਯੋਗ ਵਿਅਕਤੀ ਨੂੰ ਸ਼ਾਇਦ ਪੰਜਾਬ ਕੈਬਨਿਟ ਦੇ ਲਾਗੇ ਚਾਗੇ ਵੀ ਨਹੀਂ ਲਿਆਂਦਾ ਜਾ ਰਿਹਾ। ਸ਼ਾਇਦ ਇਹੋ ਹੀ ਕਾਰਨ ਆ ਕਿ ਉਹ ਮੁੱਦਾ ਉਠਾਉਂਦਾ। ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਜਾਂ ਭਗਵੰਤ ਮਾਨ ਕਦੇ ਵੀ ਨਹੀਂ ਇਹ ਚਾਹੂਗਾ ਕਿ ਇਹ ਮੁੱਦਾ ਉੱਠੇ ਤੇ ਕੰਵਰ ਵਿਜੇ ਪ੍ਰਤਾਪ ਦੇ ਬਿਨਾਂ ਕਿਸੇ ਗੱਲ ਤੋਂ ਹੀਰੋ ਬਣ ਜੇ। ਚਲੋ ਇਹ ਇੱਕ ਅਲੱਗ ਵਿਸ਼ਾ। ਹੁਣ ਮੈਂ ਤੁਹਾਡੇ ਪ੍ਰਸ਼ਨ ਦੇ ਜਿਹੜਾ ਜਵਾਬ ਹੈ ਉਹਦੇ ਆਉਣਾ ਕਿ ਸਮੱਸਿਆ ਕੀ, ਜਿਸ ਤਰੀਕੇ ਨਾਲ ਜਿਉਂ 9 ਅਪ੍ਰੈਲ ਨੂੰ SIT ਦੀ ਰਿਪੋਰਟ ਰੱਦ ਹੁੰਦੀ ਆ, ਉਸ ਤੋਂ ਬਾਅਦ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ LK ਯਾਦਵ ਨੂੰ
ਸੱਤਾ ਵਿਅਕਤੀ ਜਿਹੜੇ ਆਈਜੀ ਸਨ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ, ਉਹਨਾਂ ਦੀ ਸਨਾਟੇ ਨੂੰ ਨਜ਼ਰ ਅੰਦਾਜ਼ ਕਰਕੇ ਜਿਸ ਤਰੀਕੇ ਨਾਲ ਉਹਨੂੰ ਏਡੀਜੀਪੀ ਬਣਾਉਂਦੇ ਆ ਹਾਈ ਕੋਰਟ ਦੇ, ਮਤਲਬ ਏਡੀਜੀਪੀ ਬਣਾ ਕੇ ਬਾਅਦ ਚ ਉਸ ਨੂੰ ਦੁਬਾਰਾ ਐਸਆਈਟੀ ਦਾ ਮੁਖੀ ਲਾ ਦਿੱਤਾ ਜਾਂਦਾ। ਫਿਰ ਇਸ ਤੋਂ ਅੱਗੇ ਜਾ ਕੇ ਉਹਨਾਂ ਨੇ ਇਹ ਵੀ ਗੱਲ ਬਿਆਨ ਕੀਤੀ ਕਿ ਕਿਸ ਤਰੀਕੇ ਦੇ ਨਾਲ ਉਸ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਸੰਘੇ ਦੀ ਸਰਕਾਰ ਨੇ ਕਿਸ ਤਰੀਕੇ ਨਾਲ ਕਲੀਅਰ ਕੱਟ ਉਹਨਾਂ ਨੂੰ ਸਾਈਡਲਾਈਨ ਕੀਤਾ। ਇਹ ਤਾਂ ਗੱਲਾਂ ਚਲੋ ਬੀਤੇ ਦੀਆਂ ਹੋ ਗਈਆਂ, ਪਰ ਜਿਹੜੀ ਬੜੀ ਵੱਡੀ ਜਿਹੜੀ ਇੰਟਰਸਟਿੰਗ ਗੱਲ ਜਿਹੜੀ ਉਹਨਾਂ ਨੇ ਇਹ ਗੱਲ ਕੀਤੀ ਕਿ 14 ਤਰੀਕ ਨੂੰ ਜਦੋਂ ਸੱਦਿਆ ਗਿਆ ਸੁਖਬੀਰ ਸਿੰਘ ਬਾਦਲ ਨੂੰ, ਕੋਈ ਪੁੱਛਗਿੱਛ ਨਹੀਂ ਹੋਈ। ਸਾਰੀ ਦੁਨੀਆ ਜਾਣਦੀ, ਠੀਕ ਹੈ, ਸੁਖਬੀਰ ਬਾਦਲ ਜਿਸ ਤਰੀਕੇ ਨਾਲ ਬਾਹਰ ਆਇਆ ਉਸਦੀ ਬਾਡੀ ਲੈਂਗੁਏਜ ਦੱਸ ਰਹੀ ਸੀ ਕੋਈ ਚੱਕਰ ਹੀ ਕੋਈ ਨਹੀਂ। ਹਾਲਾਂਕਿ ਉਸ ਤੋਂ ਪਹਿਲਾਂ ਨੌਨਿਹਾਲ ਸਿੰਘ ਦੀ ਵੀ ਉਹ ਐਸਆਈਟੀ ਦੇ ਪੇਸ਼ ਹੋਏ, ਪਰ ਜਿਸ ਦਿਨ ਉਹ ਸਾਹਮਣੇ ਆਏ ਤਾਂ ਬਾਹਰ ਆਣ ਕੇ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਨੇ ਭਵਕ ਮਾਰੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਬਣੂਗੀ ਉਸ ਵਕਤ ਕਮਰ ਵਿਜੇ ਪ੍ਰਤਾਪ ਦਾ ਹਿਸਾਬ ਕਿਤਾਬ ਕੀਤਾ ਜਾਏਗਾ। ਹੁਣ ਬੜੀ ਹੈਰਾਨਗੀ ਦੀ ਗੱਲ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਹਾਈ ਕੋਰਟ ਦੇ ਹੁਕਮਾਂ ਦੇ ਨਾਲ ਐਸਆਈਟੀ ਤਫਤੀਸ਼ ਕਰ ਰਹੀ ਹੋਵੇ, ਤੇ ਦੂਜੇ ਪਾਸੇ ਜਿਹੜੇ ਸੁਖਬੀਰ ਸਿੰਘ ਬਾਦਲ ਬਤੌਰ ਉੱਥੇ ਇੱਕ ਗਵਾਹ ਜਾਂ ਕਿਸੇ ਵੀ ਤਰੀਕੇ ਵਜੋਂ ਪੇਸ਼ ਹੋਏ ਨੇ ਤੇ ਬਾਹਰ ਆਣ ਕੇ ਇੰਨੀ ਭਵਕ ਮਾਰ ਕੇ ਕਹਿਣ, ਤੇ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਉਸ ਵਿਅਕਤੀ ਨੂੰ ਤਾਂ ਦੁੱਖ ਲੱਗੇਗਾ ਹੀ ਲੱਗੇਗਾ ਕਿ ਜਿਹੜਾ ਵਿਅਕਤੀ ਨੇ ਇਸ ਮੁੱਦੇ ਨੂੰ ਚੁੱਕਣ ਵਾਸਤੇ ਜਾਂ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਆਪਣਾ ਸਾਰਾ ਕੁਝ ਦਾਅ ਤੇ ਲਾਤਾ ਹੋਵੇ ਤੇ ਉਹ ਸੋਚੇ ਕਿ ਹਾਂ ਵੀ ਸਰਕਾਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਸਰਕਾਰ ਜਿਸ ਸਰਕਾਰ ਨੇ ਉਸ ਨੂੰ ਟਾਈਮ ਤੇ ਸਮੇਂ ਤੇ ਇਸ ਮੁੱਦੇ ਨੂੰ ਲੈ ਕੇ ਵਰਤਿਆ ਤੇ ਇਹ ਗੱਲ ਕਹੀ ਕਿ ਵੇਖੋ ਸਾਡੇ ਕੋਲ ਇਮਾਨਦਾਰ ਬੰਦਾ 24 ਘੰਟੇ 'ਚ ਇਨਸਾਫ ਦੇ ਦਾਂਗੇ, ਤੇ ਉਹ ਬੰਦਾ ਅੱਜ ਦੀ ਤਰੀਕ 'ਚ ਵੇਖੇ ਕਿ ਉਹਦੇ ਪਿੱਛੇ ਕੋਈ ਹੈ ਹੀ ਨਹੀਂ, ਤਾਂ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਫਿਰ ਅਗਲੇ ਬੰਦੇ ਦਾ ਦੁੱਖ ਤਾਂ ਸਾਹਮਣੇ ਆਏਗਾ। ਹੁਣ ਜਿਹੜੀ ਆਪਣੇ ਉਸਨੇ ਰਿਪੋਰਟ ਜਿਹੜੀ ਪੇਸ਼ ਕੀਤੀ ਆ, ਜਿਹੜੀ ਗੱਲ ਉਹਨਾਂ ਨੇ ਕੀਤੀ ਆ ਇਸ ਮੁੱਦੇ ਦੇ ਉੱਤੇ, ਹੈਰਾਨਗੀ ਦੀ ਗੱਲ ਆ ਕਿ ਕੋਈ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਗੱਲ ਦਾ ਸਾਥ ਹੀ ਨਹੀਂ ਦਿੱਤਾ। ਹਾਲਾਂਕਿ ਕੰਵਰ ਵਿਜੇ ਪ੍ਰਤਾਪ ਨੇ ਸਿੱਧੀ ਗੱਲ ਜਿਹੜੇ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸੰਬੋਧਨ ਕਰਕੇ ਕਿ ਬਾਜਵਾ ਸਾਹਿਬ ਤੁਸੀਂ ਮੇਰੀ ਗੱਲ ਸੁਣੋ, ਬਾਜਵਾ ਸਾਹਿਬ ਤੁਸੀਂ ਮੇਰੀ ਗੱਲ ਸੁਣੋ। ਉਹੋ ਹੀ ਬਾਜਵਾ, ਪ੍ਰਤਾਪ ਸਿੰਘ ਬਾਜਵਾ, ਜਿਹੜਾ ਬਜਟ ਸੈਸ਼ਨ ਦੇ ਦੌਰਾਨ ਇਹ ਗੱਲ ਕਹਿੰਦਾ ਸੀ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਕੋਲ ਬੈਠੇ ਨੇ, ਇਹੋ ਜਿਹੇ ਇਮਾਨਦਾਰ ਵਿਅਕਤੀ ਨੇ, ਉਹਦੀ ਗੱਲ ਵੀ ਸੁਣੋ। ਅੱਜ ਕੰਵਰ ਵਿਜੇ ਮਾਫ ਕਰਨਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਉਹਦੀ ਗੱਲ ਨਹੀਂ ਸੁਣੀ। ਬੜੀ ਸ਼ਰਮ ਦੀ ਗੱਲ ਹੈ, ਉਹ ਲੜਾਈ ਬੜੀ ਸ਼ਰਮ ਦੀ ਗੱਲ ਹੈ ਅਣਖੀ ਸਾਹਿਬ ਕਿ ਇੰਨਾ ਅਹਿਮ ਮਸਲਾ, ਪੰਜਾਬੀਅਤ ਦੀ ਭਾਵਨਾਵਾਂ ਦੇ ਨਾਲ ਜੁੜਿਆ ਇੰਨਾ ਅਹਿਮ ਮਸਲਾ ਬਰਗਾੜੀ ਦਾ ਮਾਮਲਾ, ਉਹਦੇ ਦੇ ਉੱਪਰ ਜਦੋਂ ਗੱਲਬਾਤ ਕੁੰਵਰ ਵਿਜੇ ਪ੍ਰਤਾਪ ਕਰ ਰਹੇ ਨੇ, ਸ਼ਰਮ ਦੀ ਗੱਲ ਹੈ ਕਿ ਚਲੋ ਸੱਤਾਧਾਰੀ ਧਿਰ ਦੇ ਵਿਧਾਇਕਾਂ ਨੇ ਤਾਂ ਬੋਲਣਾ ਹੀ ਕੀ ਸੀ ਉਹਨਾਂ ਦੇ ਮਗਰ, ਜਦਕਿ ਬੋਲਣਾ ਚਾਹੀਦਾ ਸੀ। ਸਰਕਾਰ ਉਸ ਮੁੱਦੇ ਤੇ ਜਿਹੜੀ ਉਹ ਬਣੀ ਹੈ, ਸਪੀਕਰ ਨੇ ਤਾਂ ਕੀ ਉਹਨਾਂ ਦੀ ਹਮਾਇਤ ਕਰਨੀ ਸੀ। ਸਗੋਂ ਦੀ ਵਿਰੋਧੀ ਧਿਰਾਂ ਨੂੰ ਵੀ ਕੁੰਵਰ ਵਿਜੇ ਪ੍ਰਤਾਪ ਨੇ ਅਪੀਲ ਕੀਤੀ ਕਿ ਭਾਈ ਤੁਸੀਂ ਸਾਡੇ ਨਾਲ ਮੇਰੀ ਗੱਲ ਸੁਣੋ, ਇਹ ਸਾਰਿਆਂ ਦੇ ਨਾਲ ਜੁੜਿਆ ਮੁੱਦਾ, ਬੜਾ ਅਹਿਮ ਮੁੱਦਾ, ਉਹਦੇ ਤੇ ਨਾ ਤਾਂ ਰਾਜਾ ਵੜਿੰਗ ਨੇ ਗੌਰ ਕੀਤੀ, ਨਾ ਹੀ ਪ੍ਰਤਾਪ ਸਿੰਘ ਬਾਜਵਾ ਨੇ ਗੌਰ ਕੀਤੀ, ਨਾ ਹੀ ਕਿਸੇ ਹੋਰ ਪਾਰਟੀ ਨੇ ਗੌਰ ਕੀਤੀ, ਨਾ ਹੀ ਸੱਤਾਧਾਰੀ ਧਿਰ ਨੇ ਗੌਰ ਕੀਤੀ। ਯਾਨੀ ਕਿ ਇਸ ਮੁੱਦੇ ਦੇ ਉੱਪਰ 117 ਕੁੱਲ ਵਿਧਾਇਕ ਸੀਗੇ ਤੇ 116 ਨੇ ਕੁੰਵਰ ਵਿਜੇ ਪ੍ਰਤਾਪ ਕੋ ਬਿਨਾਂ ਕਿਸੇ ਨੇ ਵੀ ਇਸ ਪੂਰੇ ਮਾਮਲੇ ਤੋਂ ਸਹਿਦਤਾ ਨਹੀਂ ਜਿਹੜੀ ਪ੍ਰਗਟਾਈ। ਅੰਮ੍ਰਿਤ ਛਕੀ ਵੀ ਉੱਥੇ ਕੁਝ ਵਿਧਾਇਕ ਬੈਠੇ ਹੋਣੇ ਆ, ਦਾੜੀਆਂ ਰੱਖੀ, ਪੱਗਾਂ ਰੱਖੀ ਵੀ ਕਈ ਵਿਧਾਇਕ ਬੈਠੇ ਹੋਣੇ ਆ, ਨਾਮ ਦੇ ਮਗਰ ਗੋਤ ਤੇ ਸਿੰਘ ਲਾ ਕੇ ਵੀ ਕਈ ਬੰਦੇ ਬੈਠੇ ਹੋਣੇ ਆ, ਪੰਜਾਬੀਅਤ ਦਾ ਪਾਠ ਪੜ੍ਹਦੇ ਰਖਵਾਲੇ ਵੀ ਲੋਕ ਜਿਹੜੇ ਉੱਥੇ ਬੈਠੇ ਹੋਣੇ ਆ, ਗੁਰੂ ਦੇ ਬੜੇ ਲਾਡਲੇ ਬਣਦੇ ਵੀ ਉੱਥੇ ਲੋਕ ਜਿਹੜੇ ਬੈਠੇ ਸੀ। ਪਰ ਗੁਰੂ ਦੀ ਗੱਲ ਜਿਹੜੀ ਆ ਕੀਤੀ, ਬੇਅਦਬੀਆਂ ਦੀ ਜਾਂ ਬਰਗਾੜੀ ਕਾਂਡ ਦੀ ਗੱਲ ਜਿਹੜੀ ਆ ਉਹ ਕੀਤੀ, ਉਹ ਕੱਲੇ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ। ਬੜੀ ਸ਼ਰਮ ਦੀ ਗੱਲ ਹੈ ਕਿ ਕਿਸੇ ਵਿਧਾਇਕ ਨੇ, ਇੱਕ ਵੀ ਵਿਧਾਇਕ ਨੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਉਸ ਗੱਲ ਦੀ, ਉਸ ਮੁੱਦੇ ਦੀ ਜਿਹੜੀ ਆ ਪ੍ਰੋੜਤਾ ਨਹੀਂ ਕੀਤੀ, ਸਗੋਂ ਦੀ ਰੌਲਾ ਰੱਪਾ, ਹਾਏ ਹਾਏ ਮੁਰਦਾਬਾਦ ਜਿੰਦਾਬਾਦ ਜਿਹੜੀਆਂ ਗੱਲਾਂ ਕਰਦੇ ਰਹੇ। ਸੁਖਿੰਦਰ ਜੀ ਬੜੀ ਸੋਹਣੀ ਆ ਭੂਮਿਕਾ ਤੁਸੀਂ ਬਿਆਨ ਕੀਤੀ ਆ। ਇਹਦੇ ਨਾਲ ਤਾਂ ਫਿਰ ਵਾਕਿਆ ਹੀ ਉਸ ਵਿਧਾਨ ਸਭਾ ਦੇ 116, ਕਿਉਂਕਿ ਭਗਵੰਤ ਮਾਨ ਤੇ ਹੈ ਨਹੀਂ ਸੀ, 116 ਹੀ ਬੰਦੇ ਆ, 116 ਬੰਦਿਆਂ ਦੇ ਇਹਨੂੰ ਛੱਡਦੀ ਆਪਾਂ ਕੰਵਰ ਵਿਜੇ ਪ੍ਰਤਾਪ ਨੂੰ 115 ਬੰਦਿਆਂ ਦੇ ਉਹ ਚਿਹਰੇ ਲੱਗੇ ਹੋਗੇ ਜਿਹੜੇ ਬੜੇ ਜੀ 115 ਜਿਹੜੇ ਬੜੀਆਂ ਵੱਡੀਆਂ ਪੱਗਾਂ ਬੰਨ ਕੇ, ਵੀ ਇਹੀ ਗੱਲ ਹੋਣੀ ਸੀ, ਫਿਰ ਵੀ ਇਹੀ ਹੋਣੀ ਸੀ। ਮੰਨ ਲੈਂਦੇ ਆ ਕਿ ਜਿਹੜੀਆਂ ਬੜੀਆਂ ਵੱਡੀਆਂ ਪੱਗਾਂ ਬੰਨ ਕੇ ਬਾਹਰ ਆਣ ਕੇ ਕਹਿੰਦੇ ਆ ਕਿ ਅਕਾਲ ਤਖਤ ਸਰਵੋੱਚ ਆ, ਅਸੀਂ ਇਸ ਤਰ੍ਹਾਂ ਨਹੀਂ ਕਰਨਾ, ਬਰਗਾੜੀ ਦਾ ਮੋਰਚੇ ਨੂੰ ਇਨਸਾਫ ਮਿਲਣਾ। ਹੁਣ ਜੇਕਰ ਤੁਸੀਂ ਉੱਥੇ ਇਸ ਮੁੱਦੇ ਦੇ ਉੱਤੇ ਗੱਲ ਹੀ ਨਹੀਂ ਕਰ ਸਕੇ, ਸੁਖਵਿੰਦਰ ਜੀ ਬੜੀ ਸੋਹਣੀ ਤੁਸੀਂ ਗੱਲ ਕੀਤੀ ਆ, ਚਲੋ ਸੱਤਾਧਾਰੀ ਧਿਰ ਤਾਂ ਨਾ ਬੋਲਦੀ, ਜਦੋਂ ਕੰਵਰ ਵਿਜੇ ਪ੍ਰਤਾਪ ਸਿੰਘ ਇਸ ਮੁੱਦੇ ਨੂੰ ਪੇਸ਼ ਕਰ ਰਿਹਾ ਸੀ ਤਾਂ ਉਸ ਵਕਤ ਇਹ ਜਿਹੜੀ ਵਿਰੋਧੀ ਧਿਰ ਆ ਥੋੜਾ ਜਿਹਾ ਦਿਮਾਗ ਤੋਂ ਕੰਮ ਲੈਂਦੀ ਤਾਂ ਸਰਕਾਰ ਨੂੰ ਇਸ ਮੁੱਦੇ ਤੇ ਹੀ ਘੇਰ ਸਕਦੀ ਸੀ ਕਿ ਹਾਂ ਵੀ ਤੁਹਾਡਾ ਵਿਧਾਇਕ ਵੇਖੋ ਇਸ ਮੁੱਦੇ ਤੇ ਬੋਲਦਾ ਪਿਆ, ਤੁਸੀਂ ਦੱਸੋ ਕੀ ਕੀਤਾ। ਇਸ ਮੁੱਦੇ ਨੂੰ ਇਸ ਤਰੀਕੇ ਨਾਲ ਉਛਾਲਿਆ ਜਾ ਸਕਦਾ ਸੀ ਜਿਸ ਤਰੀਕੇ ਨਾਲ ਕੰਵਰ ਵਿਜੇ ਪ੍ਰਤਾਪ ਨੇ ਉੱਥੇ ਇਸ 'ਚ ਇੱਕ ਚਿੰਨ੍ਹ ਲਾਈ
ਤਾਂ ਇਸ ਚਿੰਨ੍ਹ ਦੇ ਜੇਕਰ ਕਾਂਗਰਸ ਪਾਰਟੀ ਜਿਹੜੀ ਵਿਰੋਧੀ ਧਿਰ ਦੇ ਰੂਪ 'ਚ ਹੀ ਇਹ ਚਿੰਨ੍ਹ ਨੂੰ ਉੱਥੇ ਭਾਂਬੜ ਦਾ ਰੂਪ ਦੇ ਸਕਦੀ ਸੀ ਵਿਧਾਨ ਸਭਾ ਦੇ ਵਿੱਚ, ਤੇ ਸ਼ਾਇਦ ਜਿਹੜੇ 191 92 ਵਿਧਾਇਕ ਨੇ ਜਿਹੜੇ ਦਲਿਤ ਮੁੱਦੇ ਤੇ ਵਜੀਫਾ ਲੈ ਕੇ ਕਰ ਰਹੇ ਸੀ, ਸ਼ਾਇਦ ਉਹਨਾਂ ਨੂੰ ਗੱਲ ਵੀ ਨਾ ਉੱਥੇ ਹੁੰਦੀ ਕਿ ਹਾਂ ਭਈ ਮਿੱਤਰ ਪਿਆਰੋ ਤੁਸੀਂ ਦੱਸੋ ਤਿਆਰੀ ਤੁਸੀਂ ਕੀਤੀ। ਅਸਲ 'ਚ ਗੱਲ ਇਹ ਸੀ ਕਿ ਜਿੰਨੇ ਵੀ ਵਿਧਾਇਕ ਸਨ ਸਾਰਿਆਂ ਦੀ ਜੇਬਾਂ ਦੇ ਵਿੱਚ ਬੜੇ ਨੋਟ ਸੀ ਕਿ ਤੁਸੀਂ ਇਸੇ ਮੁੱਦੇ ਤੇ ਗੱਲ ਕਰਨੀ ਆ, ਭਗਵੰਤ ਮਾਨ ਦੇ ਕਸੀਦੇ ਪੜ੍ਹਨੇ ਆ, ਵਿਰੋਧੀ ਧਿਰ ਨੂੰ ਲਬੇੜਦਾ ਆ, ਖਾਸ ਤੌਰ ਤੇ ਉਹਨਾਂ ਦੀ ਬੇਇੱਜ਼ਤੀ ਕਰਨੀ। ਅੱਜ ਦਾ ਜਿਹੜਾ ਸੈਸ਼ਨ ਸੀ ਨਾ ਸੁਖਵਿੰਦਰ ਜੀ, ਕੇਵਲ ਤੇ ਕੇਵਲ ਉਸ ਮੁੱਦੇ ਨੂੰ ਲੈ ਕੇ ਹੀ ਗੱਲ ਕਰਦਾ ਸੀ ਕਿ ਜਿਹਦੇ ਨਾਲ ਇੱਥੋਂ ਤੱਕ ਤੁਸੀਂ ਦੇਖੋ ਕਿ ਸ਼ਰੇਆਮ ਹੀ ਜਿਹੜੇ ਇਲਜ਼ਾਮ ਲਾਏ ਗਏ। ਇੱਕ ਵਿਧਾਇਕ ਬੋਲਦਾ ਪਿਆ ਸੀ, ਆਪਾਂ ਥੋੜਾ ਹੋਰ ਪਾਸੇ ਨੂੰ ਜਾ ਰਹੇ ਹਾਂ, ਪਰ ਜਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਇਹ ਗੱਲ ਕਹਿਤੀ ਕਿ ਭਾਈ ਪੁੱਛਗਿੱਛ ਨਹੀਂ ਹੋਈ, ਚਾਹ ਪਕੌੜੇ ਪੜਾਏ ਗਏ ਔਰ ਮੇਰੇ ਖਿਲਾਫ ਭੜਕਾਇਆ ਗਿਆ, ਜੇ ਇਹੀ ਗੱਲਾਂ ਚੱਲ ਰਹੀਆਂ, ਕੁੰਵਰ ਵਿਜੇ ਪ੍ਰਤਾਪ ਨੂੰ ਪਤਾ ਲੱਗ ਗਿਆ, ਸਰਕਾਰ ਨੂੰ ਪਤਾ ਨਹੀਂ ਲੱਗਿਆ, ਜਾਂ ਪਤਾ ਨਹੀਂ ਲੱਗਿਆ, ਜਾਂ ਕਹਿ ਦਈਏ ਕਿ ਪਤਾ ਲੱਗਣ ਦੇ ਬਾਵਜੂਦ ਵੀ ਇਹ ਗੱਲਾਂ ਅੱਖੋਂ ਪਰੋਖੇ ਹੋ ਗਈਆਂ। ਉਹੀ ਅਫਸਰ ਜਿਹੜੇ ਕੈਪਟਨ ਸਰਕਾਰ ਮੌਕੇ ਚੱਲੇ ਆ ਰਹੇ ਆ, 24 ਘੰਟਿਆਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, 6 ਮਹੀਨੇ ਲੰਘ ਗਏ ਆ, ਅੱਗੇ ਵੀ ਇਨਸਾਫ ਮਿਲਣ ਦੀ ਉਮੀਦ ਨਹੀਂ। ਕੁੰਵਰ ਵਿਜੇ ਪ੍ਰਤਾਪ ਸਮੇਂ-ਸਮੇਂ ਤੇ ਸਤਰਕ ਕਰਦੇ ਰਹੇ ਆ ਸਰਕਾਰ ਨੂੰ ਕਿ ਸਹੀ ਢੰਗ ਦੇ ਨਾਲ ਅਫਸਰਸ਼ਾਹੀ ਜਿਹੜੀ ਪੈਰਵਾਈ ਨਹੀਂ ਕਰ ਰਹੀ, ਪਰ ਫਿਰ ਵੀ ਅਣਖੀ ਸਾਹਿਬ ਸਰਕਾਰ ਨੂੰ ਕੰਨ ਦੇ ਉੱਪਰ ਜੂੰ ਨਹੀਂ ਸਰਕ ਰਹੀ। ਕੁੰਵਰ ਵਿਜੇ ਪ੍ਰਤਾਪ ਸਮੇਂ-ਸਮੇਂ ਤੇ ਸਤਰਕ ਕਰਨ ਦੇ ਬਾਵਜੂਦ ਵੀ ਹੁਣ ਵੀ ਜਿਹੜੀ ਆ SIT ਜਾਂਚ ਕਰ ਰਹੀ ਹੈ, ਹੁਣ ਵੀ ਕੁੰਵਰ ਵਿਜੇ ਪ੍ਰਤਾਪ ਦੀ ਜੇ ਮੰਨੀਏ ਇਨਫੋਰਮੇਸ਼ਨ ਇਹ ਆ ਕਿ ਸਹੀ ਢੰਗ ਨਾਲ ਜਾਂਚ ਨਹੀਂ ਹੋਈ, ਤਾਂ ਫਿਰ ਅਜਿਹੇ ਦੇ ਵਿੱਚ ਮੰਨੀਏ ਕਿ ਇਨਸਾਫ ਨਹੀਂ ਮਿਲਣਾ। ਸੁਖਵਿੰਦਰ ਜੀ 2015 ਦੀਆਂ ਘਟਨਾਵਾਂ ਨੇ, 2015 ਦੀਆਂ ਘਟਨਾਵਾਂ ਦੋ ਪਾਰਟੀਆਂ ਦੀ ਸਰਕਾਰਾਂ ਚਲੇ ਗਈਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮੁੱਦੇ ਨੂੰ ਕੈਸ਼ ਕਰਕੇ ਇੱਕ ਬਹੁਮਤ ਵਾਲੀ ਬਦਲਾਵ ਦੇ ਨਾਂ ਤੇ ਸਰਕਾਰ ਲੈਣ ਦੀ, ਤਾਂ ਇਨਸਾਫ ਕਿੱਥੇ ਮਿਲਣਾ ਜੇ 7 ਸਾਲਾਂ 'ਚ ਨਹੀਂ ਮਿਲਿਆ। ਤੇ ਜਿਹੋ ਜਿਹੇ ਇਨਸੀਡੈਂਟ ਜਾਂ ਜਿਹੋ ਜਿਹੀਆਂ ਘਟਨਾਵਾਂ ਹੁਣ ਵਾਪਰਦੀਆਂ ਪਈਆਂ ਨੇ, ਔਰ ਜਿਸ ਤਰੀਕੇ ਨਾਲ ਅੱਖਾਂ ਬੰਦ ਕਰਕੇ ਅੱਜ ਸਭ ਕੁਝ ਹੋਇਆ ਜੋ ਵਿਧਾਨ ਸਭਾ ਦੇ ਵਿੱਚ, ਜਿਸ ਤਰੀਕੇ ਨਾਲ ਕੁਲਤਾਰ ਸੰਧਵਾ ਦੀ ਭੂਮਿਕਾ ਸਾਹਮਣੇ ਆਈ, ਅਜੇ 2-4 ਦਿਨ ਵੇਖ ਲਓ ਉੱਥੇ ਕੀ ਹੁੰਦਾ, ਪਰ ਜਿਸ ਤਰੀਕੇ ਨਾਲ ਭਗਵੰਤ ਮਾਨ ਇਹੋ ਜਿਹੇ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰਦੇ ਪਏ ਨੇ, ਸੁਖਵਿੰਦਰ ਜੀ ਇਨਸਾਫ ਦੀ ਤਾਂ ਆਸ ਰੱਖਣੀ ਬਿਲਕੁਲ ਬੇਵਕੂਫੀ ਹੋਏਗੀ ਕਿ ਇਸ ਪਾਰਟੀ ਕੋਲ ਇਨਸਾਫ ਮਿਲੂਗਾ। ਲੋਕ ਮਾਫ ਕਰਨਗੇ ਜੇ ਇਨਸਾਫ ਨਹੀਂ ਮਿਲੂਗਾ, ਲੋਕ ਮਾਫ ਕਰਨਗੇ, ਕਿਉਂਕਿ ਇਹ ਮੁੱਦਿਆਂ ਤੇ ਜੇ ਸਰਕਾਰਾਂ ਬੜੀਆਂ ਨੇ, ਇਹ ਮੁੱਦਿਆਂ ਤੇ ਸਰਕਾਰਾਂ ਢਈਆਂ ਵੀ ਨੇ, ਤਾਂ ਫਿਰ ਜੇ ਇਹ ਮੁੱਦੇ ਹੱਲ ਨਹੀਂ ਹੁੰਦੇ ਜਾਂ ਫਿਰ ਇਹਨਾਂ ਨੂੰ ਹੋਰ ਖਿੱਚਿਆ ਜਾਂਦਾ ਹੈ। ਕਿਉਂਕਿ ਅੱਜ ਕੁੰਵਰ ਵਿਜੇ ਪ੍ਰਤਾਪ ਨੇ ਉਹ ਗੱਲ ਕਹਿਤੀ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਇਸ ਪੂਰੇ ਮੁੱਦੇ ਤੇ ਖਤਮ ਹੋ ਗਿਆ, ਔਰ ਜਿਨ੍ਹਾਂ ਨੇ ਇਹਨਾਂ ਮੁੱਦਿਆਂ ਤੇ ਵੀ ਸਿਆਸਤਾਂ ਕੀਤੀਆਂ ਉਹ ਸਾਰੇ ਖਤਮ ਹੋ ਗਿਆ, ਤੇ ਸਰਕਾਰ ਤੇ ਅਰਦਾਸ ਜਿਹੜੀ ਆ ਆਪਦਾ ਕੰਮ ਕਰ ਰਹੀਆਂ ਨੇ। ਸਰਕਾਰ ਨੇ ਜੋ ਕਰਨਾ ਕਰ ਲਵੇ, ਤੇ ਅਰਦਾਸ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕੀ ਕਰਨਾ ਹੈ, ਔਰ ਪਹਿਲਿਆਂ ਦਾ ਕੀ ਹੋਇਆ। ਇਹੋ ਹੀ ਗੱਲ ਮੈਂ ਤੁਹਾਨੂੰ ਲੱਗਾ ਸਾਂ ਕਹਿਣ ਕਿ ਆਹ ਜਿਹੜੀ ਗੱਲ ਉਹਨੇ ਕਹੀ, ਇਹੋ ਗੱਲ ਮੈਂ ਲੱਗਾ ਹਾਂ ਕਹਿਣ ਸੁਖਵਿੰਦਰ ਜੀ। ਬੇਸ਼ੱਕ ਇਹ ਗੱਲ ਕਿਸੇ ਵੀ ਪ੍ਰਸੰਗ 'ਚ ਉਸ ਵਕਤ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਕਹੀ ਹੋਵੇ, ਪਰ ਇਹ ਗੱਲ ਜਿਹੜੀ ਸੱਚ ਹੋ ਗਈ ਕਿ ਜਿਹਨਾਂ ਵੀ ਬੰਦਿਆਂ ਨੇ ਇਸ ਮੁੱਦੇ ਤੇ ਜਿਨ੍ਹਾਂ ਨੇ ਬੇਅਦਬੀ ਕਰਾਈ ਉਹਨਾਂ ਦਾ ਵੀ ਕੱਖ ਨਾ ਰਵੇ, ਤੇ ਜਿਨ੍ਹਾਂ ਬੰਦਿਆਂ ਨੇ ਸਿਆਸਤ ਇਸ ਮੁੱਦੇ ਤੇ ਕੀਤੀ ਉਹਨਾਂ ਦਾ ਵੀ ਕੱਖ ਨਾ ਰਹੇ। ਤੇ ਸੁਖਵਿੰਦਰ ਜੀ ਉਹ ਸਾਰਾ ਕੁਝ ਇਤਿਹਾਸ ਜਿਹੜਾ ਜਹੀਂ ਇਤਿਹਾਸ ਤੇ ਨਹੀਂ, ਉਹ ਸਾਰਾ ਕੁਝ ਸਾਹਮਣੇ ਆ ਸਾਡੇ, ਜੋ ਕੁਝ ਬੀਤੇ ਦੌਰ 'ਚ ਵਾਪਰਿਆ ਕਿ ਕਿਹੜੀਆਂ ਸਰਕਾਰਾਂ ਨੇ ਇਸ ਮੁੱਦੇ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਹਾਲ ਕੀ ਹੋਇਆ। ਤੇ ਹੁਣ ਅੱਜ ਤਾਂ ਇਹ ਗੱਲ ਜਿਹੜੀ ਆ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਤੇ ਫਲੋਰ ਤੋਂ ਇੰਨੀ ਗੱਲ ਕਰਤੀ, ਪੁੱਤਰ ਸਦਨ 'ਚ ਇੰਨੀ ਗੱਲ ਕਹਿਤੀ ਕਿ ਭਈ ਫਿਰ ਹਾਲ ਉਹ ਯਾਦ ਰੱਖੋ ਕਿ ਜੇਕਰ ਉਸ ਨਾਂ ਤੇ ਵੀ ਤੁਸੀਂ ਸਿਆਸਤ ਜਿਹੀ ਕਰਨੀ ਆ ਤਾਂ ਠੀਕ ਆ, ਫਿਰ ਆਪਣਾ ਹਸ਼ਰ ਜਿਹੜਾ ਉਹ ਯਾਦ ਰੱਖੋ ਕਿ ਅਗਲਾ ਹਸ਼ਰ ਹੋਣਾ ਕੀ ਆ। ਲੋਕ ਤਾਂ ਸੁਖਵਿੰਦਰ ਜੀ ਬੜੇ ਭੋਲੇ ਹੁੰਦੇ ਆ, ਲੋਕ ਆਪਣੇ ਨਿੱਜੀ ਜਜ਼ਬਾਤਾਂ ਨਾਲ ਜਾਂ ਨਿੱਜੀ ਕੰਮਾਂ ਦੇ ਨਾਲ ਸਰਕਾਰਾਂ ਨਾਲ ਬੱਝੇ ਹੁੰਦੇ ਆ, ਪਰ ਉਹ ਜਿਹੜਾ ਅਕਾਲ ਪੁਰਖ ਆ ਜਿਹਨੇ ਫਿਰ ਜਿਹੜੀ ਸਾਰੀ ਸ੍ਰਿਸ਼ਟੀ ਜਿਹਦੇ ਹੱਥ 'ਚ ਆ, ਉਹਨੇ ਜੇ ਫਿਰ ਇਨਸਾਫ ਲੈਣਾ ਨਾ, ਉਹ ਬੜੇ ਤਗੜੇ ਥੰਮ ਉਦੋਂ ਡੇਗ ਦਿੰਦਾ ਕਿ ਜਦੋਂ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਅਗਲੇ ਪਲ ਕੀ ਹੋ ਜਾਣਾ। ਜੇਕਰ ਇਹ 91-92 ਵਿਧਾਇਕਾਂ ਦੇ ਇੱਕ ਸਪਸ਼ਟ ਬਹੁਮਤ ਨਾਲ ਸਰਕਾਰ ਇਸ ਵਹਿਮ ਦੇ ਵਿੱਚ ਹੈਗੀ ਆ ਕਿ ਹਾਂ ਭਈ ਸਾਨੂੰ ਕੋਈ ਖਤਰਾ ਨਹੀਂ, ਕੋਈ ਗੱਲ ਹੀ ਨਹੀਂ, ਅਸੀਂ 5 ਸਾਲ ਪੂਰੇ ਵਰਤਾਉਣੇ ਆ, ਪਤਾ ਨਹੀਂ ਉਹ ਸੱਚੇ ਪਾਤਸ਼ਾਹ ਨੇ ਕਿਹੜੀ ਕਲਾ ਜਿਹੜੀ ਵਰਤਣੀ ਆ, ਤੇ 91-92 ਜਿਹੜੇ ਨੇ ਪਤਾ ਨਹੀਂ ਕਿਹੜੇ ਵੇਲੇ ਖਿੰਡ ਪੁੰਡ ਜਾਣੇ, ਕੋਈ ਪਤਾ ਨਹੀਂ ਲੱਗਦਾ ਹੁੰਦਾ। ਇਤਿਹਾਸ ਬੀਤੇ ਸਮੇਂ ਦਾ ਇਸ ਗੱਲ ਦਾ ਗਵਾਹ ਆ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਬੰਦੇ ਨੇ ਕਦੀ ਸੋਚਿਆ ਨਹੀਂ ਸੀ ਕਿ ਉਸ ਵੀ ਕੁਰਸੀ ਜਿਹੜੀ ਹਿਲਾਈ ਜਾ ਸਕਦੀ ਆ। ਇਸ ਪੂਰੇ ਇਹੋ ਜਿਹੀਆਂ ਗੱਲਾਂ ਵਾਪਰ ਜਾਣਗੀਆਂ। ਤਾਂ ਅਗਲੀ ਗੱਲ ਇਹ ਹੈ ਕਿ ਸਰਕਾਰ ਦੀ ਕੀ ਮਜਬੂਰੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੀ ਇਸ ਗੱਲ ਤੇ ਕੋਈ ਰਾਏ ਨਹੀਂ ਲਈ ਜਾ ਰਹੀ, ਇਸ ਪੂਰੀ ਗੱਲ ਤੇ ਕੋਈ ਸਲਾਹ ਨਹੀਂ ਮਸ਼ਵਰਾ ਕੀਤਾ ਜਾ ਰਿਹਾ, ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਉਹਨਾਂ ਨੇ ਸਲਾਹ ਵੀ ਦਿੱਤੀ, ਅੱਜ ਉਹਨਾਂ ਨੇ ਕੀ ਸਲਾਹ ਦਿੱਤੀ ਐਂਡ ਤੇ ਬੋਲਣ ਲੱਗਿਆ ਨੇ ਉਹ ਵੀ ਇੱਕ ਦੱਸਿਓ। ਪਰ ਗੱਲ ਇਹ ਮਜਬੂਰੀ ਇਹ ਹੈ ਕਿ ਕੀ ਮਜਬੂਰੀ ਸਰਕਾਰ ਦੀ ਕਿ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਆ ਤਾਂ ਕਹਿੰਦੇ ਕਿ ਜੇ ਸਰਕਾਰ ਚਾਹੇ ਤਾਂ 24 ਘੰਟਿਆਂ ਦੇ ਵਿੱਚ ਮਸਲਾ ਹੱਲ ਹੋ ਸਕਦਾ,
ਕਿਉਂਕਿ ਰਿਪੋਰਟ ਪੂਰੀ ਹੋਈ ਪਈ ਆ, ਜਾਂਚ ਪੂਰੀ ਹੋਈ ਪਈ ਆ। ਸਾਡੇ ਕੁੰਵਰ ਵਿਜੇ ਪ੍ਰਤਾਪ ਨੇ ਇਹ ਕਹਿੰਦੇ ਗੱਲ ਕੀਤੀ ਹੈ। ਔਰ ਕੁੰਵਰ ਵਿਜੇ ਪ੍ਰਤਾਪ ਸਰਕਾਰ ਬਣਨ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਜਿਹੜੀ ਆ ਉਹ ਸੁਣੀ ਨਹੀਂ ਜਾਂਦੀ, ਉਹਨਾਂ ਦੀ ਕੋਈ ਪੁੱਛਗਿੱਛ ਹੀ ਨਹੀਂ ਹੁੰਦੀ, ਉਹਨਾਂ ਤੋਂ ਪੁੱਛਿਆ ਨਹੀਂ ਜਾਂਦਾ ਕਿ ਦੱਸੋ ਭਾਈ ਤੁਸੀਂ ਕਿਵੇਂ ਜਾਂਚ ਕੀਤੀ ਸੀ, ਤੁਹਾਡੀ ਨਜ਼ਰ ਦੇ ਵਿੱਚ ਕਿਹੜਾ ਅੱਛਾ ਅਫਸਰ ਹੈਗਾ, ਤੁਸੀਂ ਇੱਕ ਅੱਛੇ ਅਫਸਰ ਰਹੇ ਹੋ, ਇਮਾਨਦਾਰ ਅਫਸਰ ਰਹੇ ਹੋ, ਇਮਾਨਦਾਰ ਛਵੀ ਰਹੀ ਹੈ, ਤੁਹਾਨੂੰ ਚੰਗੇ ਅਫਸਰਾਂ ਦਾ ਪਤਾ ਹੈ, ਦੱਸੋ ਭਾਈ ਕਿਹਨੂੰ ਜਿਹੜੀ ਹੈ ਜਾਂਚ ਸੌਂਪੀਏ, ਕੀ ਇਹਦੇ ਵਿੱਚ ਸੱਚਾਈ ਹੈ, ਕੀ ਕੁਝ ਗੱਲਬਾਤ ਹੈ। ਕੁੰਵਰ ਵਿਜੇ ਪ੍ਰਤਾਪ ਦੀ ਬਾਡੀ ਲੈਂਗੁਏਜ ਤੋਂ ਇੰਝ ਲੱਗ ਰਿਹਾ ਕਿ ਉਹ ਪੂਰੇ ਕਿਸਮ ਦੇ ਨਾਲ ਇਸ ਪੂਰੇ ਮੁੱਦੇ ਤੋਂ ਲਾਂਭੇ ਕੀਤੇ ਜਾ ਰਹੇ ਆ, ਜਿਵੇਂ ਉਹਨਾਂ ਤੋਂ ਦੱਸਿਆ ਹੀ ਨਹੀਂ ਜਾ ਰਿਹਾ ਕਿ ਹੋ ਕੀ ਰਿਹਾ। ਪਰ ਉਹ ਆਪਣੇ ਤੌਰ ਤੇ ਮੈਨੂੰ ਲੱਗਦਾ ਫਿਰ ਵੀ ਭੱਜ ਨੱਠ ਕਰ ਰਹੇ ਹੋਣਗੇ। ਪਰ ਕੀ ਮਜਬੂਰੀ ਹੋ ਸਕਦੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਇਹਦੇ ਵਿੱਚ ਨਹੀਂ ਵਰਤਿਆ ਜਾ ਰਿਹਾ ਇਸ ਪੂਰੇ ਮੁੱਦੇ ਤੇ। ਹਾਲਾਂਕਿ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਵਰਤਿਆ ਗਿਆ, ਪਰ ਜਦੋਂ ਹੁਣ ਇਹਦੇ ਵਿੱਚ ਇਨਸਾਫ ਦਿਵਾਉਣਾ ਉਦੋਂ ਕੁੰਵਰ ਵਿਜੇ ਪ੍ਰਤਾਪ ਨੂੰ ਨਹੀਂ ਵਰਤਿਆ ਜਾ ਰਿਹਾ। ਮਜਬੂਰੀ ਕੀ ਹੈ ਸਰਕਾਰ ਦੀ? ਸੁਖਵਿੰਦਰ ਜੀ, ਮਜਬੂਰੀ ਸਰਕਾਰ ਦੀ ਸਿਰਫ ਇੱਕੋ ਹੀ ਮਜਬੂਰੀ ਆ, ਕਿਉਂਕਿ ਇਸ ਕੈਬਨਿਟ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਕੇਵਲ ਤੇ ਕੇਵਲ ਉਹਨਾਂ ਬੰਦਿਆਂ ਦੀ ਜਾਇਜ਼ਾਕਾਰ ਮੈਨੂੰ ਨਜ਼ਰ ਆ ਰਹੀ ਆ ਜਿਹੜੇ ਯੈਸਮੈਨ ਦੇ ਰੂਪ ਦੇ ਵਿੱਚ ਹੋਣ, ਜਾਂ ਜਿਹੜੇ ਚਾਪਲੂਸ ਹੋਣ, ਜਾਂ ਜਿਹੜੇ ਠੀਕ ਆ ਸਵੇਰੇ ਉੱਠ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਸਜਦਾ ਕਰਦੇ ਹੋਣ ਕਿ ਜੋ ਉੱਤੇ ਫਰਮਾਨ ਆਉਣਾ ਉਹ ਠੀਕ ਆ। ਵੱਡੀ ਜਿਹੜੀ ਅਸੀਂ ਕਹਿ ਸਕਦੇ ਕਿ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਵੱਡੀ ਵੀਕਨੈਸ ਆ, ਜਾਂ ਅਸੀਂ ਕਹਿ ਸਕਦੇ ਜਿਹੜੀ ਉਹਦੇ ਮਾੜੀ ਗੱਲ ਉਹਦੇ ਹੱਕ 'ਚ ਜਾ ਰਹੀ, ਉਹ ਇਹ ਜਾ ਰਹੀ ਹੈ ਕਿ ਉਹ ਬੰਦਾ IPS ਆ, ਉਹ ਪੜ੍ਹਿਆ ਲਿਖਿਆ ਬੰਦਾ, ਉਸਨੂੰ ਪਤਾ ਤਰੀਕੇ ਦਾ, ਕਾਨੂੰਨ ਦਾ ਸਾਰਾ ਕੁਝ ਪਤਾ, ਤਰਕ ਦੇ ਆਧਾਰ ਤੇ ਗੱਲ ਕਰਨ ਵਾਲਾ ਪਤਾ। ਤਾਂ ਇਹਨਾਂ ਬੰਦਿਆਂ ਨੂੰ ਇਸ ਗੱਲ ਦਾ ਖਤਰਾ ਕਿ ਜੇਕਰ ਉਸਨੂੰ ਇਸ ਸਾਰੇ ਮਸਲੇ 'ਚ ਇਨਵੋਲਵ ਕਰ ਲਿਆ ਗਿਆ, ਸਾਰੀ ਜਾਣਕਾਰੀ ਉਸਨੂੰ ਦੇ ਦਿੱਤੀ ਗਈ, ਕੱਲ ਨੂੰ ਇਸ ਤਰ੍ਹਾਂ ਨਾ ਹੋਵੇ ਕਿ ਭਗਵੰਤ ਮਾਨ ਨੂੰ ਹੀ ਸੁਪਰਸੀਡ ਕਰ ਜਾਵੇ, ਕੱਲ ਨੂੰ ਇਸ ਤਰ੍ਹਾਂ ਨਾ ਹੋਵੇ ਕਿ ਪੰਜਾਬ ਦੇ ਵਿੱਚ ਇਹਨਾਂ 92 ਵਿਧਾਇਕਾਂ ਦੇ ਵਿੱਚ ਹੀ ਇੱਕ ਧੜਾ ਮਜ਼ਬੂਤੀ ਨਾਲ ਉਹਦੀ ਪਿੱਠ ਤੇ ਉੱਤੇ ਖਲੋ ਜਾਵੇ। ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਇੱਕ ਧੜਾ ਖਲੋ ਗਿਆ ਸੀ। ਬਹੁਤ ਕੁਝ ਮੈਂ ਤੁਹਾਨੂੰ ਦੱਸਿਆ ਨਾ ਕਿ ਇਹੋ ਹੀ ਖਤਰੇ ਜਿਹੜੇ ਨੇ ਸ਼ਾਇਦ ਅਰਵਿੰਦ ਕੇਜਰੀਵਾਲ ਦੇ ਮਨ ਦੇ ਵਿੱਚ ਨੇ, ਜਾਂ ਦੂਸਰੇ ਬੰਨੇ ਭਗਵੰਤ ਸਿੰਘ ਦੇ ਮਾਨ ਦੇ ਵਿੱਚ ਨੇ, ਕਿ ਇਹੋ ਜਿਹੇ ਬੰਦੇ ਜਿਹੜੇ ਨੇ ਠੀਕ ਆ, ਇਹਨਾਂ ਨੂੰ ਉੱਥੋਂ ਤੱਕ ਹੀ ਰੱਖੋ। ਸੁਖਵਿੰਦਰ ਜੀ, ਬੜਾ ਕੁਝ ਤੁਸੀਂ ਬੀਤੇ ਦੌਰ 'ਚ ਵੇਖੋ, ਕੰਵਰ ਸੰਧੂ ਵਰਗਾ ਪੱਤਰਕਾਰ ਠੋਕ ਛੱਡਿਆ, ਸਾਈਡਲਾਈਨ ਕਰਤਾ। ਫੁਲਕਾ ਸਾਹਿਬ ਵਰਗੇ ਜਿਹੜੇ ਸੀਨੀਅਰ ਐਡਵੋਕੇਟ ਸੀ, ਉਹ ਵੀ ਤਾਂ ਉੱਠਣ ਵਾਲੇ ਸੀ, ਉਹਨਾਂ ਨੂੰ ਵੀ ਸਾਈਡਲਾਈਨ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਹੀ, ਆਮ ਵਿਅਕਤੀਆਂ ਨੂੰ ਹੀ ਪਹਿਲ ਦੇਣੀ ਆ, ਤਾਂ ਫਿਰ ਜਦੋਂ ਤੁਸੀਂ ਟਿਕਟਾਂ ਦੇਣੀਆਂ ਨੇ, ਜਦੋਂ ਚੋਣ ਲੜਨੀਆਂ, ਫਿਰ ਤੁਸੀਂ ਇਹੋ ਜਿਹੇ ਚਿਹਰੇ ਨਾ ਲੱਭੋ, ਫਿਰ ਵਾਕਿਆ ਹੀ ਉਹੋ ਜਿਹੇ ਬੰਦੇ ਲੱਭੋ ਕਿ ਜਿਹੜੇ ਵਾਕਿਆ ਹੀ ਆਮ ਹੋਣ। ਜੇਕਰ ਤੁਸੀਂ ਉਸ ਵੇਲੇ ਚੋਣ ਲੜਨ ਵੇਲੇ ਕਿਸੇ ਆਪਾਂ ਥੋੜੀ ਗੱਲ ਜਾ ਰਹੀ ਹੈ, ਆਪਾਂ ਥੋੜਾ ਲੰਬਾ ਵੀ ਹੋ ਰਿਹਾ ਪ੍ਰੋਗਰਾਮ, ਗੱਲ ਵੀ ਥੋੜੀ ਹੋਰ ਪਾਸੇ ਜਾ ਰਹੀ ਹੈ, ਮਾਫ ਕਰਨਾ। ਇੱਕ ਨਾ ਅਹਿਮ ਗੱਲ ਹੈ, ਇੱਕ ਈਮੇਲ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਹੈ, ਜਿਹੜੀ ਕਿ ਆਪਣੀ ਵੀ ਕੁਝ ਆਪਣੇ ਸੂਤਰਾਂ ਤੋਂ ਸਾਨੂੰ ਵੀ ਜਿਹੜੀ ਇਹ ਜਾਣਕਾਰੀ ਮਿਲੀ। ਇੱਕ ਈਮੇਲ ਦੀ ਗੱਲ ਕਰ ਰਹੇ ਸੀ, ਉਹ ਕਹਿੰਦੇ ਕਿ ਜੇ ਇਹ ਈਮੇਲ ਪੜ੍ਹੋ ਤਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਜਿਹੜੀ ਇਹ ਪੂਰੀ ਦੀ ਪੂਰੀ ਸਾਜ਼ਿਸ਼ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਨਾ ਦਿਵਾਉਣ ਦੀ, ਉਹ ਕਹਿੰਦੇ ਨੰਗੀ ਹੋ ਜਾਂਦੀ ਹੈ, ਉਹ ਕਹਿੰਦੇ ਸਾਹਮਣੇ ਆ ਜਾਂਦੀ ਹੈ। ਉਹ ਈਮੇਲ ਸਾਡੇ ਤੱਕ ਵੀ ਕਿਸੇ ਤਰੀਕੇ ਦੇ ਨਾਲ ਸਾਡੇ ਸੂਤਰਾਂ ਨੇ ਜਿਹੜੀ ਆ ਉਹ ਸਾਡੇ ਤੱਕ ਪਹੁੰਚੀ ਹੈ। ਪਰ ਕੁੰਵਰ ਵਿਜੇ ਪ੍ਰਤਾਪ ਦੀ ਇੱਕ ਮੇਲ ਜਿਹੜੀ ਕਿ ਇਹ ਉਹੀ ਮੇਲ ਹੈ, ਔਰ ਇਸ ਮੇਲ ਦੇ ਵਿੱਚ ਕੀ ਇਹੋ ਜਿਹਾ ਕੁਝ ਲਿਖਿਆ, ਜੇ ਉਹੀ ਮੇਲ ਹੈ ਤਾਂ ਜਿਹੜੀ ਕੁੰਵਰ ਵਿਜੇ ਪ੍ਰਤਾਪ ਕੋਲ ਆ, ਤਾਂ ਕੀ ਇਹੋ ਜਿਹਾ ਲਿਖਿਆ ਜਿਹਦੇ ਤੋਂ ਕੈਪਟਨ ਸਰਕਾਰ ਜਿਹੜੀ ਉਹ ਨੰਗੀ ਹੋ ਜਾਂਦੀ ਹੈ, ਜਿਹਦੇ ਤੋਂ ਸਾਫ਼ ਹੁੰਦਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਜਾਣ-ਬੁੱਝ ਕੇ ਨਹੀਂ ਦਿਵਾਇਆ ਗਿਆ। ਪਹੁੰਚੀ ਆ ਆਪਣੇ ਸੂਤਰਾਂ ਤੋਂ, ਜਾਂ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਜੇ, ਇਹਦੇ ਵਿੱਚ ਤਾਂ ਸਾਫ਼ ਤੌਰ ਤੇ ਕਲੀਅਰ ਕੱਟ ਆ ਕਿ ਉਸ ਵਕਤ ਜੋ ਵੀ ਕੁਝ ਹੋਇਆ ਕੈਪਟਨ ਅਮਰਿੰਦਰ ਸਿੰਘ ਦਿਖਾਈ ਜਾਵੇ, ਉਹ ਮੇਲ ਜਿਹੜੀ ਮੇਲ ਹੈ ਉਹ ਸਾਡੀ ਟੀਮ ਨੂੰ ਦਿਖਾਈ ਜੀ 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 ਤੇ ਕੈਪਟਨ ਅਮਰਿੰਦਰ ਸਿੰਘ ਦੇ ਸਹਿਮਤੀ ਦੇ ਨਾਲ ਹੀ ਸਭ ਕੁਝ ਹੋਇਆ। ਤੇ ਉਸ ਵਕਤ ਜਿਹੜੇ DGP ਸਨ ਉਹ ਸਾਰੀ ਅਹਿਮ ਭੂਮਿਕਾ ਨਿਭਾ ਰਹੇ ਸਨ। ਇਸ ਮੇਲ ਦੇ ਵਿੱਚ ਹੈ ਕਿ 9 ਅਪ੍ਰੈਲ ਨੂੰ ਜਦੋਂ ਜਿਹੜਾ ਮਾਨਯੋਗ ਹਾਈ ਕੋਰਟ ਜਿਹੜੀ ਆ ਉਹ ਫੈਸਲਾ ਦਿੰਦੀ ਆ ਕਿ ਕਿਸੇ ਤਰੀਕੇ ਨਾਲ ਕਿ ਇਹ ਜਿਹੜੀ ਰਿਪੋਰਟ ਜਿਹੜੀ ਆ ਇਹ ਰੱਦ ਕੀਤੀ ਜਾਂਦੀ ਆ, ਤਾਂ ਉਸ ਵਕਤ ਅਤੁਲ ਨੰਦਾ ਦੀ ਟੀਮ ਜਿਹੜੀ ਆ ਕੋਰਟ ਦੇ ਵਿੱਚ ਹਾਈ ਕੋਰਟ 'ਚ ਪੇਸ਼ ਹੁੰਦੀ ਹੈ। ਤਾਂ ਉਸ ਵਕਤ ਜੋ ਅੰਦਰ ਜੱਜ ਸਾਹਿਬ ਨੇ ਕਿਹਾ, ਜੱਜ ਸਾਹਿਬ ਨੇ 3 ਸਵਾਲ ਜਿਹੜੇ ਨੇ ਪੰਜਾਬ ਸਰਕਾਰ ਨੂੰ ਕੀਤੇ ਕਿ ਤੁਸੀਂ ਦੱਸੋ ਕਿ ਇਹ ਜਿਹੜੀ ਜਾਂਚ ਜਿਹੜੀ ਹੋਈ ਆ, ਅੱਜ ਜਿਹੜੀ ਅਸੀਂ ਆਪਣਾ ਫੈਸਲਾ ਲੱਗੇ ਦੇਣ, ਕੀ ਇਸ ਦਾ ਫੈਸਲਾ ਜਿਹੜੀ ਇਸ ਦੀ ਜਾਂਚ ਆ। ਮੈਂ ਤੁਹਾਨੂੰ ਇੱਕ ਗੱਲ ਮੈਂ ਤੁਹਾਡੀ ਗੱਲ ਦੇ ਵਿੱਚ ਐਡ ਕਰ ਦੇਣਾ ਚਾਹੁੰਦਾ। ਇਹ ਸਿਰਫ ਅਤੁਲ ਨੰਦਾ ਦੀ ਟੀਮ ਨਹੀਂ ਆਪਾਂ ਕਹਿ ਸਕਦੇ, ਇਹ ਵਕੀਲ ਜਿਹੜੇ ਦਿੱਲੀ ਇੱਕ ਪੇਸ਼ੀ ਦਾ ਲੱਖਾਂ ਰੁਪਈਆ ਦੇ ਕੇ ਸੱਦੇ ਜਾਂਦੇ ਸੀ ਤੇ ਲੱਖਾਂ ਰੁਪਈਆਂ ਦੇ ਹੋਟਲਾਂ ਦੇ ਵਿੱਚ ਠਹਿਰਾ ਜਾਂਦੇ ਸੀ ਇੱਕ ਰਾਤ, ਉਹ ਵਕੀਲ ਪੇਸ਼ ਹੋਏ ਸੀ। ਇਹਦੇ ਵਿੱਚ ਜਿਹੜੀ ਗੱਲ ਆਪਾਂ ਇਹ ਕਰ ਰਹੇ ਹਾਂ, ਕੁੰਵਰ ਵਿਜੇ ਪ੍ਰਤਾਪ ਨੇ ਪਹਿਲਾਂ ਇਹਦੇ ਬਾਰੇ ਖੁਲਾਸਾ ਵੀ ਕੀਤਾ ਸੀ। ਮਹਿੰਗੇ ਵਕੀਲ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਜਾਂਦਾ ਪੈਸੇ ਲਈ ਜਿਹੜੇ ਸੱਦੇ ਗਏ ਵਕੀਲ ਜਿਹੜੇ ਸੀਗੇ, ਲੱਖਾਂ ਰੁਪਇਆ ਇੱਕ ਪੇਸ਼ੀ ਦਾ ਲੈਂਦੇ ਸੀ ਉਹ ਜੀ। ਬਿਲਕੁਲ। ਤਾਂ ਉਹ ਜਦੋਂ ਵਕੀਲ ਜਿਹੜੇ ਨੇ ਜਦੋਂ ਬਾਹਰ ਆਉਂਦੇ ਨੇ, ਤਾਂ ਜੱਜ ਸਾਹਿਬ ਨੇ ਜਿਹੜੇ ਹਾਈ ਕੋਰਟ ਦੇ ਜੱਜ ਸੀ, ਇਸ ਲਿਖਿਆ ਸਾਰੇ ਜੱਜ ਸਾਹਿਬ ਦਾ ਨਾਮ, ਉਹਨਾਂ ਨੇ ਇਹਨਾਂ ਵਕੀਲਾਂ ਦੀ ਟੀਮ ਨੂੰ 3 ਸਵਾਲ ਕੀਤੇ
ਕਿ ਤੁਸੀਂ ਦੱਸੋ ਕਿ ਜਿਹੜੀ ਇਹ ਜਾਂਚ ਆ ਹੁਣ ਇਸ ਸਾਰੇ ਮਸਲੇ ਦੀ ਹਰਿਆਣਾ ਪੁਲਿਸ ਨੂੰ ਤਫਤੀਸ਼ ਕਰ ਦਿੱਤੀ ਜਾਵੇ, ਜਾਂ ਤੁਸੀਂ ਚਾਹੁੰਦੇ ਜੇ ਕਿ ਸੀਬੀਆਈ ਨੂੰ ਦੇ ਦਿੱਤੀ ਜਾਵੇ, ਤੇ ਜਾਂ ਰਿਸਪੋਂਡੈਂਟ ਨੰਬਰ ਜਿਹੜਾ 3 ਆ ਉਸ ਨੂੰ SIT ਦੇ ਵਿੱਚੋਂ ਰਿਮੂਵ ਕਰ ਦਿੱਤਾ ਜਾਵੇ। ਇਸ ਦੇ ਵਿੱਚ ਜੱਜ ਸਾਹਿਬ ਨੇ ਕਿਹਾ ਤੇ ਕਹਿੰਦੇ ਨੇ ਉਸੇ ਵਕਤ ਜਿਹੜਾ ਇਹ ਵਕੀਲ ਆ ਜਿਸ ਵੱਲੋਂ ਇਹ ਮੇਲ ਆਈ, ਜਿਹੜੇ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਜੇ ਅਤੁਲ ਨੰਦੇ ਨੇ ਜਿਹੜੇ ਦਿੱਲੀੋਂ ਸੱਦੇ, ਉਹਨਾਂ ਨੇ ਕਹਿੰਦੇ ਉਸੇ ਵੇਲੇ ਪੰਜਾਬ ਦੇ DGP ਨੂੰ ਫੋਨ ਕੀਤਾ ਕਿ ਹਾਂਜੀ ਦੱਸੋ ਅਸੀਂ ਅੰਦਰ ਜਾ ਕੇ ਕੀ ਗੱਲ ਕਹੀਏ, ਤੇ ਕਹਿੰਦੇ DGP ਸਾਹਿਬ ਨੇ ਉਸ ਵਕਤ ਉਸ ਵਕੀਲ ਨੂੰ ਕਿਹਾ ਕਿ ਅਸੀਂ ਰਿਸਪੋਂਡੈਂਟ ਨੰਬਰ 3 ਜਾਨੀ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ SIT ਦੇ ਵਿੱਚੋਂ ਰਿਮੂਵ ਕਰਦੇ ਆ, ਫਿਰ ਹੀ ਇਹ ਫੈਸਲਾ ਜਿਹੜਾ ਹੋਇਆ। ਹੁਣ ਪ੍ਰਸ਼ਨ ਇਹ ਆ ਕਿ DGP ਇਹ ਹੁਕਮ ਦੇ ਸਕਦਾ, ਕਦੇ ਵੀ ਦੇ ਸਕਦਾ, ਕਿਉਂਕਿ ਇਹ ਹੁਕਮ ਦੇਣਾ ਕਿਸ ਨੂੰ ਰੱਖਣਾ ਜਾਂ ਕਿਸ ਨੂੰ ਨਹੀਂ ਰੱਖਣਾ ਮਿਨਿਸਟਰੀ ਆਫ ਹੋਮ ਅਫੇਅਰ ਦਾ ਕੰਮ ਆ। ਤੇ ਜੇ ਮਿਨਿਸਟਰੀ ਆਫ ਹੋਮ ਅਫੇਅਰ ਕੁਝ ਕਰਦੀ ਨਹੀਂ ਤੇ DGP ਬਿਲਕੁਲ ਆਪਣਾ ਬਿਆਨ ਜਿਹੜਾ ਦੇ ਦਿੰਦਾ ਕਿ SIT ਨੂੰ ਕਿ ਇਸ ਨੂੰ ਰਿਮੂਵ ਕਰ ਦਿੱਤਾ ਜਾਵੇ, ਜੋ ਕੁਝ ਇਸ ਜਿਹੜੀ ਮੇਲ ਦੇ ਵਿੱਚ ਸ਼ੋ ਹੋ ਰਿਹਾ ਜੋ ਲਿਖਿਆ। ਤਾਂ ਸੁਖਵਿੰਦਰ ਜੀ ਫਿਰ ਕੁਦਰਤੀ ਤੌਰ ਤੇ ਜੋ ਵੀ ਕੁਝ ਹੋ ਰਿਹਾ ਸੀ ਉਹ ਸਿਸਵਾ ਫਾਰਮ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਜੋ ਕੁਝ ਗੱਲਬਾਤ ਹੋ ਰਹੀ ਸੀ ਉਹਦੇ ਆਧਾਰ ਤੇ ਹੋ ਰਿਹਾ ਸੀ। DGP ਦੀ ਇੰਨੀ ਜ਼ਰੂਰਤ ਨਹੀਂ ਕਿ ਆਪਣੇ ਪੱਧਰ ਤੇ ਹੀ ਉਹ ਇੰਨੀ ਗੱਲ ਕਹਿ ਦੇ ਕਿ ਰਿਸਪੋਂਡੈਂਟ ਨੰਬਰ 3 ਨੂੰ SIT ਦੇ ਵਿੱਚ ਰਿਮੂਵ ਕਰ ਦਿੱਤਾ ਜਾਵੇ। ਕੁਦਰਤੀ ਤੌਰ ਤੇ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਠੀਕ ਆ, ਕਿਉਂਕਿ ਕਾਰਨ ਇਹੋ ਸੀ ਕਿ ਕਿਸੇ ਸੂਰਤ ਵਿੱਚ ਬਾਦਲਾਂ ਦੇ ਉੱਤੇ ਸੇਕ ਜਿਹੜਾ ਨਹੀਂ ਸੀ ਲੱਗਣ ਦੇਣਾ ਚਾਹੀਦਾ। ਬੜੀ ਹੈਰਾਨਗੀ ਦੀ ਗੱਲ ਆ, ਇਹ ਗੱਲ ਉੱਥੇ ਵੀ ਉਹਨਾਂ ਨੇ ਕਹੀ ਆ ਕਿ 9 ਤਰੀਕ ਨੂੰ ਰਿਪੋਰਟ ਰੱਦ ਹੁੰਦੀ ਆ, 15 ਦਿਨਾਂ ਬਾਅਦ ਜਾ ਕੇ ਕੋਰਟ ਦਾ ਜਿਹੜਾ ਫੈਸਲਾ ਰਿਟਨ ਰੂਪ ਦੇ ਵਿੱਚ ਸਾਹਮਣੇ ਆਉਂਦਾ, ਔਰ ਬੜੇ ਵੱਡੇ ਵੱਡੇ ਨਾਮ ਜਿਹੜੇ ਸੀ, ਮੈਨੂੰ ਯਾਦ ਆ ਕਿ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਜਿਹੜੇ ਇਸ ਵੇਲੇ ਵਿਰੋਧੀ ਧਿਰ 'ਚ ਇੱਕ ਨੇਤਾ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਹਾਲਾਂਕਿ ਉਹ ਕਹਿੰਦੇ ਨੇ ਕਿ ਬਾਦਲਾਂ ਦੇ ਬੜਾ ਖਿਲਾਫ, ਉਹ ਵੀ ਬਾਦਲਾਂ ਨੂੰ ਬਚਾਉਣ ਦੇ ਚੱਕਰ ਵਿੱਚ ਸੀ। ਸੋ ਬੜਾ ਕੁਝ ਇਦਾਂ ਦਾ ਇਸ ਨੰਗਾ ਸੱਚ ਹੈ ਜਿਹੜਾ ਸਾਹਮਣੇ ਹੋਇਆ। ਤਾਂ ਇਸ ਰਿਪੋਰਟ ਦੇ ਵਿੱਚ ਜਿਹੜੀ ਮੇਲ ਆਈ ਆ, ਇਹਦੇ ਵਿੱਚ ਤਾਂ ਸਾਫ਼ ਜਗ ਚਾਹ ਰਿਹਾ ਕਿ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਬਚਾਇਆ ਤੇ ਕਿਸ ਤਰੀਕੇ ਨਾਲ ਵਿਜੇ ਪ੍ਰਤਾਪ ਸਿੰਘ ਨੂੰ ਪਤਾ ਨਹੀਂ ਕਿਸ ਕਰਕੇ ਇੱਕ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਠੋਕਿਆ ਗਿਆ। ਮੈਂ ਠੋਕਣ ਦੀ ਗੱਲ ਕਹਾਂਗਾ ਕਿਉਂਕਿ ਉਸ ਵਕਤ ਕੰਵਰ ਵਿਜੇ ਪ੍ਰਤਾਪ ਦੇ ਸਿਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸੀ, ਪਰ ਜਿਉਂ-ਜਿਉਂ ਇਹ ਰਿਪੋਰਟ ਵੱਧਦੀ ਗਈ ਕੈਪਟਨ ਅਮਰਿੰਦਰ ਸਿੰਘ ਦੂਰ ਹੁੰਦੇ ਗਏ ਤੇ ਜਾ ਕੇ ਅਖੀਰ ਫੈਸਲਾ ਇਹ ਹੋਇਆ ਕਿ ਉਸ ਵਿਅਕਤੀ ਨੂੰ ਜਿਹਨੇ ਇੱਕ ਇਮਾਨਦਾਰੀ ਨਾਲ ਰਿਪੋਰਟ ਕੀਤੀ, ਜਿਹਨੇ ਤਿਆਰ ਕੀਤੀ, ਜਾਂਚ ਕੀਤੀ, ਉਸ ਨੂੰ ਆਪਣੀ ਨੌਕਰੀ ਤੋਂ ਅਸਤੀਫਾ ਦੇਣਾ ਪਿਆ। ਅਸਤੀਫਾ ਦੇ ਕੇ ਘਰ ਬੈਠ ਗਿਆ। ਬਾਅਦ ਦੇ ਵਿੱਚ ਉਸ ਨੂੰ ਉਸੇ ਤਰੀਕੇ ਨਾਲ ਹੀ ਵਰਤਣ ਲੱਗ ਪਏ ਆਮ ਆਦਮੀ ਪਾਰਟੀ ਨੇ ਵਰਤਿਆ, ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ, ਕਾਂਗਰਸ ਪਾਰਟੀ ਨੇ ਵਰਤਿਆ। ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਸਾਈਡਲਾਈਨ ਕੀਤੇ ਗਏ ਵਰਤਿਆ ਗਿਆ, ਉਹਨੂੰ ਵੀ ਘਰ ਬਾਲ ਦਿੱਤਾ ਗਿਆ। ਹੁਣ ਵੀ ਉਸੇ ਤਰੀਕੇ ਦੀ ਜਿਹੜੀ ਪ੍ਰਸ਼ਾਸਨ ਨੇ, ਜਿਹੜਾ ਬੰਦਾ ਵਿਧਾਨ ਸਭਾ ਦੇ ਫਲੋਰ ਦੇ ਵਿੱਚ ਆਪਣੀ ਹੀ ਸਰਕਾਰ ਨੂੰ ਇਸ ਮੁੱਦੇ ਤੇ ਪ੍ਰਸ਼ਨ ਨਹੀਂ ਪੁੱਛ ਸਕਦਾ, ਤੇ ਜੇ ਪ੍ਰਸ਼ਨ ਪੁੱਛਦਾ ਤੇ ਸਪੀਕਰ ਸਾਹਿਬ ਕਾਹਲੇ ਪੈ ਜਾਂਦੇ ਨੇ। ਉਹ ਸਪੀਕਰ ਸਾਹਿਬ ਜਿਨ੍ਹਾਂ ਸੰਬੰਧੀ ਇਹ ਕਿਹਾ ਜਾਂਦਾ ਜੀ ਬੜੇ ਇਮਾਨਦਾਰ ਨੇ, ਬੜੀ ਗੱਲ ਸੁਣਦੇ ਨੇ, ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲਦੇ ਜੇ ਉਦੋਂ ਬਾਜਵਾ ਸਾਹਿਬ, ਤੇ ਜਦੋਂ ਆਪਣੇ ਬੈਂਦੇ ਨੇ ਉਦੋਂ ਉਹਨਾਂ ਦੀ ਡਾਇਲੌਗ ਹੋਰ। ਇਹ ਕਹਿਣੀ ਤੇ ਕਥਰੀ ਚੰਤਰਾ, ਇਹਦਾ ਸਿੱਟੇ ਜਿਹੜੇ ਨੇ ਸੁਖਵਿੰਦਰ ਜੀ ਬਹੁਤ ਗੰਭੀਰ ਹੋਣਗੇ ਤਾਂ ਆਮ ਆਦਮੀ ਪਾਰਟੀ ਨੂੰ ਨੇੜ ਦੇ ਭਵਿੱਖ ਦੇ ਵਿੱਚ ਭੁਗਤਣੇ ਪੈ ਸਕਦੇ ਆ। ਉਸ ਬੰਦੇ ਨੇ ਜਿਹੜਾ ਕੰਮ ਕਰਦਾ ਸੀ ਉਹ ਕਰ ਦਿੱਤਾ। ਲੋਕ ਜਾਣਦੇ ਨੇ ਸੱਚਾ ਕੌਣ ਆ ਤੇ ਝੂਠਾ ਕੌਣ ਆ। ਬਿਲਕੁਲ ਬਿਲਕੁਲ। ਤਾਂ ਹੁਣ ਅੱਗੇ ਵੀ ਲੋਕਾਂ ਨੂੰ ਫੈਸਲਾ ਲੈਣਾ ਚਾਹੀਦਾ ਹੈ, ਔਰ ਜਿਹੜਾ ਸਹੀ ਵਿਅਕਤੀ ਹੈ, ਜਿਹੜਾ ਗੁਰੂ ਦੇ ਹੱਕ 'ਚ ਖੜਦਾ ਹੈ ਜਾਂ ਕੋਈ ਵੀ ਹੈ, ਸੱਚੇ ਵਿਅਕਤੀ ਦਾ ਚਾਹੇ ਕੋਈ ਵੀ ਕਿਸੇ ਪਾਰਟੀ ਨਾਲ ਸੰਬੰਧਿਤ ਹੈ, ਸਾਥ ਦੇਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਜਿਹੜਾ ਉਹ ਇੱਕ ਭਗਤ ਬਣ ਕੇ ਗੱਲਾਂ ਕਰੀ ਜਾਓ। ਸਹੀ ਦੀ ਗੱਲ ਜਿਹੜੀ ਆ ਉਹ ਸਹੀ ਕਰਨੀ ਚਾਹੀਦੀ ਹੈ। ਤਾਨਕੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।